जी का खालसा वाहिगुरु जी की फतेह। गुरु दाते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठे सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छूह प्राप्त इतिहासक स्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालिक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकागर करो, रसना पवित्र कर दे एक बार सारे उच्चारण करो जी सतनाम वाहिगुरु जी। ये इतिहास पहले पातशाह जौहर पीर जगत गुरु कल तारण आए श्री गुरु नानक देव महाराज जी का है प्रसंग है। सतगुरु जी समेर पर्वत वल गए ने, पहला हिमालया ते गोरख जोगियां दा गुरु आप आके मिलिया और उस तो बाद उन्हें बहुत सारे जोगी सतगुरु जी नूं मिलन वास्ते भेजे ने। मिलन दा भाव कोई शिष्टाचार नहीं सी, मिलन तो भाव सी कि कोई जोगी जावे। वो गुरु नानक दे पिता महाराज नूं जिहड़ा गोरख है तप्पा कहंदा सी कि इस तप्पे नानक नूं समझावे, जोग मत वल प्रेरे। वो मैनू भाव मैनू गुरु गोरख नूं गुरु धारण करे, जे नहीं तो फिर वो वापस मुड़ जाए। वो अगे ना आवे। शायद इस गल तो आपां नूं संसारियां नूं ये गल समझ आ जानी चाहिदी है, क्योंकि असीं बहुत सारे वो लोग जिहड़े धार्मिक कपड़े पा लैंदे ने, पोशाक पा लैंदे ने, बाणा पा लैंदे ने, धार्मिक ड्रैस पा लैंदे ने, कोई धर्म स्थान बना के कोई अपने आप नूं धर्म गुरु कह के बैठ जाते ने। तुसीं उन्हां नूं समझण दी कोशिश करोगे कि वो साडे तो वखरे तो होए ने पर साडे तो अगे नहीं हो सके। इते इवें ही है कि एक लाइन लगी होवे, कोई सज्जन उस लाइन नूं तोड़ के वखरी लाइन बना लवे पर अगे ना लंघ सके तो की फायदा। तुसी निजमावली भी तोड़ी, मर्यादा भी तोड़ी, डिसिपलिन भी तोड़िया,
ਤੁਸੀਂ ਆਪਣੇ ਭਾਈਚਾਰੇ ਤੋਂ ਵੀ ਵੱਖਰੇ ਹੋਏ, ਪਰ ਜਿਸ ਦਾਅਵੇ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਕਿਤੇ ਵੀ ਨਹੀਂ ਪਹੁੰਚੇ। ਜਿਵੇਂ ਸਾਡੀ ਹਾਲਤ ਹੈ ਕਿ ਮੇਰਾ ਘਰ ਹੈ, ਇੱਥੇ ਕੌਣ ਪੈਰ ਪਾ ਸਕਦਾ ਹੈ, ਮੇਰੀ ਫੈਕਟਰੀ ਹੈ, ਇੱਥੇ ਕੌਣ ਪੈਰ ਪਾ ਸਕਦਾ ਹੈ, ਮੇਰੀ ਹੱਟੀ ਹੈ, ਇੱਥੇ ਕੌਣ ਪੈਰ ਪਾ ਸਕਦਾ ਹੈ, ਇਹ ਹਾਲਤ ਜੋਗੀਆਂ ਦੀ ਸੀ। ਉਹ ਸੋਚਦੇ ਸੀ ਸਮੇਰ ਪਰਬਤ ਸਾਡਾ ਹੈ, ਸਾਡੇ ਇਸ ਸਮੇਰ ਪਰਬਤ ਤੇ ਕਿਸੇ ਦੀ ਕੀ ਮਜਾਲ ਹੈ ਕਿ ਕੋਈ ਇੱਥੇ ਆ ਸਕੇ। ਉਹਨਾਂ ਨੂੰ ਭੁਲੇਖਾ ਸੀ। ਉਹ ਸੋਚਦੇ ਸਨ ਇੱਥੇ ਆਉਣ ਵਾਸਤੇ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਦੀ ਜ਼ਰੂਰਤ ਹੈ। ਬਿਨਾਂ ਕਰਾਮਾਤਾਂ ਤੋਂ ਕੋਈ ਇੱਥੇ ਇਹਨਾਂ ਬਰਫ਼ ਦੇ ਪਹਾੜਾਂ ਤੇ ਨਾ ਕੋਈ ਚੜ੍ਹ ਸਕਦਾ ਹੈ, ਨਾ ਕੋਈ ਰਹਿ ਸਕਦਾ ਹੈ। ਸ਼ਾਇਦ ਉਹ ਇਹ ਗੱਲ ਭੁੱਲ ਗਏ ਕਿ ਇਹ ਸਾਰਾ ਕੁਝ ਪਰਮਾਤਮਾ ਦਾ ਹੈ। ਪਹਾੜ ਵੀ ਉਹਦੇ ਨੇ, ਬਰਫ਼ਾਂ ਵੀ ਉਹਦੀਆਂ ਨੇ, ਉੱਥੇ ਭੇਜਣ ਵਾਲਾ ਰੱਖਣ ਵਾਲਾ ਵੀ ਪਰਮਾਤਮਾ ਆਪ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਗਏ ਨੇ। ਵੱਖਰੇ ਵੱਖਰੇ ਜੋਗੀ ਆ ਕੇ ਸਤਿਗੁਰੂ ਜੀ ਨਾਲ ਚਰਚਾ ਕਰਦੇ ਨੇ। ਜਿਸ ਜੋਗੀ ਦੀ ਚਰਚਾ ਆਪ ਜੀ ਨੇ ਕੱਲ ਸੁਣੀ ਹੈ, ਉਸ ਜੋਗੀ ਦਾ ਨਾਮ ਸੰਗਰ ਹੈ। ਇਸ ਸੰਗਰ ਜੋਗੀ ਨੇ ਆ ਕੇ ਸਤਿਗੁਰੂ ਜੀ ਦੇ ਨਾਲ ਚਰਚਾ ਕੀਤੀ ਹੈ। ਗਏ ਅਗਾਰੀ ਕੋ ਗੁਰੂ ਗਿਰ ਮੀਨਾ ਜੇ ਨਾਮ। ਸਤਿਗੁਰੂ ਉੱਥੇ ਗਏ ਜਿੱਥੇ ਪਹਾੜ ਮੀਨਾ ਪਹਾੜ ਹੈ। ਇਹ ਪਹਾੜਾਂ ਦੇ ਵੱਖਰੇ ਵੱਖਰੇ ਨਾਮ ਨੇ। ਵੈਸੇ ਆਸਣ ਲਾਏ ਤੈਂ ਹਨਨ ਮਾਨ ਸਿੱਧ ਕਾਮ। ਉੱਥੇ ਸਤਿਗੁਰੂ ਜੀ ਆਪਣਾ ਆਸਣ ਲਾ ਕੇ ਬਹਿ ਗਏ। ਇਹ ਉਹ ਸਤਿਗੁਰੂ ਜੀ ਨੇ ਜਿਹੜੇ ਦੁਨੀਆ ਦੇ ਲੋਕਾਂ ਦਾ ਹੰਕਾਰ ਤੋੜਦੇ ਨੇ। ਸ਼ਾਇਦ ਇਹ ਗੱਲ ਸਾਨੂੰ ਸਮਝ ਆ ਸਕੇ ਕਿ ਅਸੀਂ ਕਿਤੇ ਮਿਆਉਂਦੇ ਕਿਉਂ ਨਹੀਂ ਆ, ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦਾ ਐਡਜਸਟ ਹੋਣਾ। ਸਾਡੀ ਐਡਜਸਟਮੈਂਟ ਕਿਉਂ ਨਹੀਂ ਹੁੰਦੀ? ਕਿਉਂਕਿ ਸਾਡਾ ਹੰਕਾਰ ਨਹੀਂ ਹੋਣ ਦਿੰਦਾ। ਉਹ ਕਹਿੰਦਾ ਵੀ ਤੂੰ ਵੱਡਾ ਹੈ, ਤੂੰ ਅਮੀਰ ਹੈ, ਤੂੰ ਜ਼ਿਆਦਾ ਪੜ੍ਹਿਆ ਲਿਖਿਆ ਹੈ, ਤੇਰੇ ਸਰੀਰ ਵਿੱਚ ਤਾਕਤ ਬਹੁਤੀ, ਤੇਰਾ ਬਾਹਾਂ ਦਾ ਬਲ ਵੱਡਾ ਹੈ, ਤੂੰ ਇਹਨਾਂ ਲੋਕਾਂ ਵਿੱਚ ਇਹਨਾਂ ਦੇ ਬਰਾਬਰ ਕਿਵੇਂ ਬੈਠ ਸਕਦਾ ਹੈ। ਇਹ ਕੁਝ ਐਸੀਆਂ ਗੱਲਾਂ ਨੇ ਜਿਹੜੀਆਂ ਸਾਡੇ ਹੰਕਾਰ ਤੋਂ ਪੈਦਾ ਹੁੰਦੀਆਂ ਨੇ। ਇੱਥੇ ਸਤਿਗੁਰੂ ਬੈਠੇ ਨੇ। ਸੰਗਰ ਬੋਲਿਓ ਆਣ ਕੇ ਬਾਲੇ ਹੈ ਆਦੇਸ਼, ਸੁਨ ਤੂਸ਼ਨ ਮੁਖ ਤੇ ਰਹੇ ਮੁਸਕਾਨੇ ਜਗਤੇਸ਼। ਸੰਗਰ ਜੋਗੀ ਆਇਆ, ਆ ਕੇ ਕਹਿਣ ਲੱਗਾ ਬਾਲਕ ਆਦੇਸ਼। ਬਾਲੇ ਤੋਂ ਭਾਵ ਬੱਚਾ, ਬਾਲੇ ਤੋਂ ਭਾਵ ਬਾਲਕ, ਬਾਲੇ ਤੋਂ ਭਾਵ ਛੋਟਾ। ਅਸੀਂ ਕੋਈ ਵੀ ਸ਼ਬਦ ਕਹਿ ਦਈਏ ਆਪਣੇ ਤੋਂ ਕਿਸੇ ਨੂੰ ਜੂਨੀਅਰ ਸਮਝਦਿਆਂ ਹੋਇਆ, ਨਿੱਕਾ ਕਹਿ ਦਈਏ, ਛੋਟਾ ਕਹਿ ਦਈਏ, ਬਾਲਕ ਕਹਿ ਦਈਏ, ਬੱਚਾ ਕਹਿ ਦਈਏ। ਸੰਗਰ ਜੋਗੀ ਬੜੇ ਹੰਕਾਰ ਵਿੱਚ ਸੀ। ਆਦੇਸ਼ ਤਾਂ ਆਖੀ ਉਸਨੇ, ਨਮਸਕਾਰ ਤੇ ਆਖੀ ਹੈ, ਪਰ ਗੁਰੂ ਨਾਨਕ ਸਾਹਿਬ ਨੂੰ ਬਾਲਕ ਕਹਿ ਕੇ, ਬੱਚਾ ਕਹਿ ਕੇ ਬੁਲਾਇਆ ਹੈ ਉਸਨੇ। ਰਿਸ ਮੈਂ ਸੰਗਰ ਹੋਏ ਅਸ ਬਿਦ ਬਚਨ ਅਲਾਵਹੀ। ਅੱਗੋਂ ਸਤਿਗੁਰੂ ਬੋਲੇ ਹੀ ਨਹੀਂ। ਵੇਖੋ ਤੁਸੀਂ ਕਿਸੇ ਦਾ, ਮੈਂ ਤਾਂ ਰੋਜ਼ ਬੇਨਤੀ ਕਰਦਾ, ਕਿਸੇ ਦੀ ਇੱਜ਼ਤ ਨਾ ਕਰੋ, ਕੋਈ ਗੱਲ ਨਹੀਂ, ਪਰ ਤੁਸੀਂ ਕਿਸੇ ਦੀ ਬੇਇੱਜ਼ਤੀ ਕਰੋ, ਇਹ ਬੜੀ ਵੱਡੀ ਗੱਲ ਹੈ। ਤੁਸੀਂ ਮੇਰੀ ਇੱਜ਼ਤ ਨਹੀਂ ਕੀਤੀ,
ਜਾਂ ਇਉਂ ਕਹਿ ਲਈਏ, ਮੇਰੇ ਖਿਆਲ ਜ਼ਿਆਦਾ ਵਧੀਆ ਰਹੇਗਾ, ਤੁਸੀਂ ਆਏ, ਮੈਂ ਤੁਹਾਡੀ ਇੱਜ਼ਤ ਨਹੀਂ ਕੀਤੀ, ਠੀਕ ਹੈ, ਮੈਨੂੰ ਅਕਲ ਨਹੀਂ ਹੋਏਗੀ, ਮੈਨੂੰ ਸਲੀਕਾ ਨਹੀਂ ਹੋਏਗਾ, ਮੇਰੀ ਮੱਤ ਥੋੜੀ ਹੋਏਗੀ, ਠੀਕ ਹੈ, ਮੈਂ ਤੁਹਾਨੂੰ ਫਤਿਹ ਨਹੀਂ ਬੁਲਾਈ, ਮੈਂ ਤੁਹਾਡਾ ਉੱਠ ਕੇ ਸਨਮਾਨ ਨਹੀਂ ਕੀਤਾ, ਪਰ ਮੈਂ ਤੁਹਾਡੀ ਆਇਆਂ ਦੀ ਬੇਇੱਜ਼ਤੀ ਕਰਾਂ, ਇਹ ਕਿੱਥੋਂ ਸਿੱਖਿਆ ਹੈ? ਇਹ ਦੋ ਗੱਲਾਂ ਨੂੰ ਜੋੜਨਾ ਨਹੀਂ ਆਪਸ ਵਿੱਚ। ਸਾਡੀ ਗਲਤੀ ਇਹ ਵੀ ਅਸੀਂ ਦੋ ਚੀਜ਼ਾਂ ਇਕੱਠੀਆਂ ਹੀ ਜੋੜ ਲੈਂਦੇ ਹਾਂ। ਮੈਂ ਗਿਆ ਜੀ, ਉਹਨੇ ਮੇਰੀ ਇੱਜ਼ਤ ਨਹੀਂ ਕੀਤੀ, ਉਹ ਇੱਜ਼ਤ ਨਹੀਂ ਕੀਤੀ ਕੋਈ ਗੱਲ ਨਹੀਂ, ਤੇਰੀ ਬੇਇੱਜ਼ਤੀ ਤਾਂ ਨਹੀਂ ਕੀਤੀ ਉਹਨੇ ਇਹ ਤਾਂ ਨਹੀਂ ਕਿਹਾ ਵੀ ਕਿੱਧਰ ਮੂੰਹ ਚੁੱਕੀ ਆ ਉਹਨੇ। ਦੇਖੋ, ਇੱਜ਼ਤ ਨਾ ਕਰਨੀ ਇੱਕ ਪਾਠ ਹੈ, ਕਿਸੇ ਦੀ ਬੇਇੱਜ਼ਤੀ ਕਰਨੀ ਇਹ ਦੂਸਰਾ ਪਾਠ ਹੈ। ਸਾਡੀ ਬਹੁਤੀ ਜਿਹੜੀ ਅੱਜ ਘਰਾਂ ਦੇ ਵਿੱਚ ਸਾਡੇ ਝਗੜੇ ਨੇ, ਪਰਿਵਾਰਾਂ ਵਿੱਚ ਝਗੜੇ ਨੇ, ਸੁਸਾਇਟੀਆਂ ਵਿੱਚ ਝਗੜੇ ਨੇ, ਇਉਂ ਕਹਿ ਲਈਏ ਜੇ ਪੰਥ ਵਿੱਚ ਵੀ ਕਹੀਏ ਤਾਂ ਮੈਂ ਕਹਿੰਦਾ ਉੱਥੇ ਵੀ ਇਹੋ ਹੀ ਝਗੜੇ ਨੇ। ਹਰ ਬੰਦਾ ਆਪਣਾ ਹੰਕਾਰ ਲੈ ਕੇ ਤੁਰਿਆ ਹੋਇਆ ਹੈ। ਪਰ ਇਹਦਾ ਅਰਥ ਇਹ ਨਹੀਂ ਕਿ ਜੇ ਕਿਸੇ ਨੇ ਤੁਹਾਡੀ ਇੱਜ਼ਤ ਨਹੀਂ ਕੀਤੀ ਇਹ ਇੱਕ ਗਲਤੀ ਹੈ, ਪਰ ਤੁਹਾਡੀ ਬੇਇੱਜ਼ਤੀ ਕੀਤੀ ਇਹ ਤਾਂ ਬਹੁਤ ਵੱਡੀ ਗਲਤੀ ਹੈ। ਹੁਣ ਇਹਨੇ ਜੋਗੀ ਨੇ ਗੁਰੂ ਨਾਨਕ ਸਾਹਿਬ ਦੀ ਇੱਜ਼ਤ ਨਹੀਂ ਕੀਤੀ, ਆਖਿਆ ਕਾਕਾ ਨਮਸਕਾਰ, ਬਾਲੇ ਤੋਂ ਭਾਵ ਕਾਕਾ ਹੀ ਹੈ। ਸਤਿਗੁਰੂ ਬੋਲੇ ਹੀ ਨਹੀਂ, ਕਿਉਂ ਬੋਲਣਗੇ ਭਾਈ? ਤੁਸੀਂ ਮੇਰੀ ਬੇਇੱਜ਼ਤੀ ਕਰੋਗੇ ਤੇ ਮੈਂ ਤੁਹਾਡੇ ਅੱਗੇ ਕਿਉਂ ਬੋਲਾਂਗਾ? ਇਹ ਗੁਰਬਾਣੀ 'ਚ ਲਿਖਿਆ ਹੈ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਇਹ ਜ਼ਰੂਰੀ ਨਹੀਂ ਕਿ ਅਗਲੇ ਨੂੰ ਕਿਹਾ ਜਾਵੇ ਤੂੰ ਕੌਣ ਹੈ। ਸਾਡਾ ਝਗੜਾ ਇੱਥੋਂ ਹੀ ਸ਼ੁਰੂ ਹੁੰਦਾ ਹੈ ਕਿ ਇੱਕ ਮੂਰਖ ਨੇ ਮੂਰਖਤਾ ਹੀ ਕੀਤੀ, ਅਸੀਂ ਉਹਦੇ ਨਾਲ ਵੱਡੇ ਮੂਰਖ ਸਾਬਤ ਹੋ ਗਏ, ਲੜਾਈ ਸ਼ੁਰੂ ਹੋ ਗਈ। ਸਤਿਗੁਰੂ ਨਹੀਂ ਬੋਲੇ, ਹੁਣ ਨਹੀਂ ਬੋਲੇ ਤਾਂ ਉਹਨੂੰ ਵੀ ਸਮਝ ਆ ਗਈ ਕਿ ਮੈਨੂੰ ਤੇ ਕੋਈ ਜਵਾਬ ਹੀ ਨਹੀਂ ਮਿਲਿਆ। ਉਹਦੀ ਨਮਸਕਾਰ ਜਿਹੜੀ ਸੀ ਉਹ ਐਵੇਂ ਹੀ ਚਲੀ ਗਈ। ਸੁਣ ਤੂਸ਼ਣ ਮੁਖ ਤੇ ਰਹੇ ਮੁਸਕਾਨੇ ਜਗਤੇਸ਼। ਜਗਤ ਈਸ਼ਵਰ ਗੁਰੂ ਨਾਨਕ ਜਿਹੜੇ ਸੀ, ਉਹਨਾਂ ਨੇ ਹੱਸ ਕੇ ਮੁਸਕਰਾ ਕੇ ਉਹਦੀ ਨਮਸਕਾਰ ਨੂੰ ਟਾਲ ਦਿੱਤਾ ਵੀ ਚੱਲ। ਰਿਸਮੈ ਸੰਗਰ ਹੋਏ ਅਸ ਬਿਦ ਬਚਨ ਅਲਾਵਹੀ। ਹੁਣ ਉਹਨੂੰ ਬੜਾ ਗੁੱਸਾ ਚੜਿਆ ਕਿ ਇਹਨੇ ਤੇ ਮੇਰੀ, ਜਿਹਨੂੰ ਆਪਾਂ ਕਹਿੰਦੇ ਸਤਿ ਸ਼੍ਰੀ ਅਕਾਲ ਦਾ ਜਵਾਬ ਨਹੀਂ ਦਿੱਤਾ, ਮੇਰੀ ਫਤਿਹ ਦਾ ਜਵਾਬ ਨਹੀਂ ਦਿੱਤਾ, ਮੇਰੀ ਰਾਮ ਰਾਮ ਦਾ ਜਵਾਬ ਨਹੀਂ ਦਿੱਤਾ, ਮੇਰੀ ਗੁੱਡ ਮਾਰਨਿੰਗ ਦਾ ਜਵਾਬ ਨਹੀਂ ਦਿੱਤਾ, ਮੇਰੀ ਕਿਸੇ ਦੁਆ ਸਲਾਮ ਦਾ ਜਵਾਬ ਹੀ ਨਹੀਂ ਦਿੱਤਾ। ਉਹ ਖਫਾ ਹੋ ਗਿਆ। ਉੱਤਰ ਦੇਤ ਨਾ ਕੋਏ ਮਾਈ ਮੁੰਡਾ ਹਸਤ ਹੈ। ਤੇ ਉਹ ਆ ਕੇ ਕਹਿਣ ਲੱਗਾ ਵੀ ਤੂੰ ਮੇਰੀ ਨਮਸਕਾਰ ਦਾ ਉੱਤਰ ਕਿਉਂ ਨਹੀਂ ਦਿੰਦਾ? ਐ ਮਾਈ ਮੁੰਡਿਆ, ਤੂੰ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੱਤਾ? ਮਾਈ ਮੁੰਡਾ ਗੋਰਖ ਹੈ, ਤਿਖਣਾ ਨਾ ਦੀਨੀ ਤੋਹੇ। ਸਤਿਗੁਰੂ ਕਹਿਣ ਲੱਗੇ ਮੈਂ ਮਾਈ ਮੁੰਡਾ ਨਹੀਂ, ਮਾਈ ਮੁੰਡਾ ਤੇ ਤੇਰਾ ਗੁਰੂ ਹੈ, ਜਿਹਨੂੰ ਗੋਰਖ ਕਹਿੰਦੇ ਨੇ, ਕਿ ਜਿਹਨੇ ਤੈਨੂੰ ਸਿੱਖਿਆ ਨਹੀਂ ਦਿੱਤੀ, ਤੈਨੂੰ ਸਲੀਕਾ ਨਹੀਂ ਦਿੱਤਾ, ਤੈਨੂੰ ਜਾਂਚ ਨਹੀਂ ਦੱਸੀ ਕਿ ਗੱਲ ਕਿਵੇਂ ਕਰੀਦੀ ਹੈ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਸਵਾਲ ਇਹ ਨਹੀਂ ਕਿ ਤੁਹਾਡੇ ਕੋਲ ਪੈਸੇ ਕਿੰਨੇ ਨੇ, ਸਵਾਲ ਇਹ ਨਹੀਂ ਕਿ ਤੁਹਾਡੀ ਪੜ੍ਹਾਈ ਕਿੰਨੀ ਹੈ, ਸਵਾਲ ਇਹ ਨਹੀਂ ਕਿ ਤੁਹਾਡੀ ਪੋਸਟ ਕੀ ਹੈ। ਜਦੋਂ ਵੀ ਤੁਸੀਂ ਦੂਜੇ ਨਾਲ ਗੱਲ ਕਰਦੇ ਹੋ, ਤੁਹਾਨੂੰ ਗੱਲ ਕਰਨ ਦਾ ਸਲੀਕਾ ਹੋਣਾ ਚਾਹੀਦਾ। ਸਾਰੀ ਵਿਦਿਆ ਜਿਹੜੀ ਹੈ ਉਹ ਤੁਹਾਡੇ ਦੋ ਸ਼ਬਦਾਂ ਦੇ ਵਿੱਚ ਸਮੋ ਜਾਂਦੀ ਹੈ। ਤੁਹਾਡੇ ਦੋ ਬੋਲਣ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕੌਣ ਹੋ, ਕਿੰਨੇ ਕੁ ਸਿਆਣੇ ਹੋ, ਕਿੰਨੇ ਕੁ ਵੱਡੇ ਹੋ। ਇਹਨੇ ਆ ਕੇ ਕਹਿ ਦਿੱਤਾ, ਕਹਿਣ ਲੱਗਾ ਜੀ ਤੁਸੀਂ ਮਾਈ ਮੁੰਡਾ। ਸਤਿਗੁਰੂ ਕਹਿੰਦੇ ਮਾਈ ਮੁੰਡਾ ਤੇ ਤੇਰਾ ਗੁਰੂ ਹੈ ਭਾਈ ਗੋਰਖ,
ਤਿਖਣਾ ਨਾ ਦੀਨੀ ਤੋਹੇ ਕਾਨ ਪਾਰ ਮੁੰਦਰਾ ਪਾਏ ਬਿਮਤ ਬਣਾਇਓ ਹੈ। ਜਿਨੇ ਸਿਰਫ ਤੇਰੇ ਕੰਨ ਪਾੜੇ ਨੇ, ਤੇਰੇ ਕੰਨਾਂ ਵਿੱਚ ਮੁੰਦਰਾ ਪਾਈਆਂ ਨੇ ਤੇ ਤੈਨੂੰ ਮੂਰਖ ਬਣਾ ਕੇ ਛੱਡ ਦਿੱਤਾ ਹੈ। ਮੂਰਖ ਕੌਣ ਹੈ? ਜਿਸ ਨੂੰ ਆਪਣੀ ਇੱਜ਼ਤ ਬਾਰੇ ਕੋਈ ਪਤਾ ਨਹੀਂ, ਉਹ ਮੂਰਖ ਹੈ। ਹੁਣ ਜਿਹਨੂੰ ਆਪਣੀ ਇੱਜ਼ਤ ਬਾਰੇ ਖਬਰ ਨਹੀਂ, ਅਸੀਂ ਉਹਦੇ ਕੋਲੋਂ ਆਸ ਕਰੀਏ ਕਿ ਉਹ ਮੇਰੀ ਇੱਜ਼ਤ ਕਰੇਗਾ ਜਾਂ ਮੇਰੀ ਇੱਜ਼ਤ ਵਧਾਏਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮੂੰਡ ਕੋ ਮੁੰਡਾਏ ਨਿਜ ਗੋਤ ਕੋ ਲਜਾਏ। ਮੇਰੀ ਮਾਂ ਦਾ ਸਿਰ ਮੁੰਨਿਆ ਨਹੀਂ, ਮਾਂ ਦਾ ਸਿਰ ਮੁੰਨਿਆ ਤੇ ਗੁਰੂ ਗੋਰਖ ਦੇ ਦਾ ਹੈ। ਉਹ ਮੁੰਡੇ ਸਿਰ ਵਾਲੀ ਮਾਂ ਦਾ ਪੁੱਤਰ ਹੈ, ਮੈਂ ਨਹੀਂ ਆ। ਵੇਖ ਸੰਗਰ, ਮੂੰਡ ਕੋ ਮੁੰਡਾਏ ਨਿਜ ਗੋਤ ਕੋ ਲਜਾਏ, ਧਨ ਭਸਮ ਲਗਾਏ ਬਾਦ ਜਨਮ ਗਵਾਇਓ ਹੈ। ਕੰਨ ਪੜਵਾ ਲੈ, ਸੁਆ ਮਲ ਲਈ, ਕੀ ਖਟਿਆ? ਤੁਸੀਂ ਤੇ ਜਨਮ ਹੀ ਗਵਾ ਲਿਆ ਆਪਣਾ। ਜੈਸੇ ਨੀਰ ਭੇਕ ਨਹਿ ਕਮਲ ਕੀ ਸਾਰ ਜਾਣੇ, ਜਗੀਆ ਕਹਾਏ ਨਿਜ ਜੋਗ ਕੋ ਲਜਾਇਓ ਹੈ। ਪਾਣੀ ਦੇ ਵਿੱਚ ਡੱਡੂ ਰਹਿੰਦਾ ਹੈ, ਪਰ ਡੱਡੂ ਨੂੰ ਕਮਲ ਦੇ ਫੁੱਲ ਦਾ ਨਹੀਂ ਪਤਾ। ਉਸੇ ਪਾਣੀ ਵਿੱਚ ਡੱਡੂ ਹੈ, ਉਸੇ ਪਾਣੀ ਦੇ ਵਿੱਚ ਕਮਲ ਦਾ ਫੁੱਲ ਹੈ। ਕਮਲ ਦੇ ਫੁੱਲ ਦੀ ਭੌਰੇ ਨੂੰ ਸਾਰ ਹੈ। ਉਹ ਮੀਲਾਂ ਦੇ ਸਫ਼ਰ ਕਰਕੇ ਆਉਂਦਾ ਹੈ ਤੇ ਸੁਗੰਧੀ ਦਾ ਆਨੰਦ ਮਾਣਦਾ ਹੈ, ਪਰ ਉਸੇ ਪਾਣੀ ਦੇ ਵਿੱਚ ਮੁੱਢ ਵਿੱਚ ਬੈਠਾ ਡੱਡੂ ਜਿਹੜਾ ਹੈ, ਉਹਨੂੰ ਕਮਲ ਫੁੱਲ ਦੀ ਖਬਰ ਹੀ ਕੋਈ ਨਹੀਂ ਹੈ। ਇਹ ਸੰਗਤ ਤੁਹਾਡੀ ਹਾਲਤ ਇਹ ਹੈ ਕਿ ਲੋਕਾਂ ਨੂੰ ਕਹਿੰਦੇ ਹੋ ਅਸੀਂ ਜੋਗੀ ਹਾਂ, ਤੁਸੀਂ ਜੋਗੀ ਨਹੀਂ ਹੋ। ਤੁਸੀਂ ਤੇ ਜੋਗ ਨੂੰ ਵੀ ਲਾਜ ਲਾ ਦਿੱਤੀ ਹੈ। ਤੁਹਾਡੇ ਕਾਰਨ ਜੋਗ ਵੀ ਸ਼ਰਮਿੰਦਾ ਹੋ ਗਿਆ ਹੈ। ਜੋਗ ਇਦਾਂ ਦਾ ਨਹੀਂ ਹੁੰਦਾ, ਜਿੱਦਾਂ ਦੇ ਤੁਸੀਂ ਹੋ ਇਦਾਂ ਦਾ ਜੋਗ ਨਹੀਂ ਹੁੰਦਾ। ਸਤਿਗੁਰੂ ਜੀ ਨੇ ਸਮਝਾਇਆ, ਸੰਗਰ ਸੁਨਤ ਸੁਰਤ ਹੋਏ ਕਿ ਲਜਤ ਮਤ, ਸੰਸੇ ਧਾਰ ਚਿਤ ਐਸੇ ਬਚਨ ਅਲਾਇਓ ਹੈ। ਹੁਣ ਸੰਗਰ ਨੂੰ ਸ਼ਰਮ ਆਈ, ਕਿਉਂਕਿ ਗੱਲ ਉਹਨੇ ਸ਼ੁਰੂ ਕੀਤੀ ਹੈ, ਗਲਤੀ ਉਹਦੇ ਤੋਂ ਸ਼ੁਰੂ ਹੋਈ ਹੈ। ਜਦੋਂ ਦੋ ਆਦਮੀ ਲੜਦੇ ਨੇ ਨਾ, ਤੇ ਉਦੋਂ ਇੱਕ ਗੱਲ ਦਾ ਸਿਆਣੇ ਜ਼ਰੂਰ ਨਿਚੋੜ ਕੱਢਦੇ ਨੇ ਵੀ ਗੱਲ ਸ਼ੁਰੂ ਕਿਹਨੇ ਕੀਤੀ। ਅਗਰ ਤੂੰ ਮੈਂ ਹੋਈ ਹੈ, ਅਗਰ ਤਤਕਾਰ ਹੋਇਆ, ਅਗਰ ਆਪਸ ਦੇ ਵਿੱਚ ਕੋਈ ਝਗੜਾ ਬਹਿਸ ਹੋਈ ਹੈ, ਤੇ ਇਹਦਾ ਮੁੱਢ ਕਿੰਨੇ ਬੱਧਾ? ਸਵਾਲ ਇਹ ਨਹੀਂ ਕਿ ਦੁਰਯੋਧਨ ਨੇ ਦ੍ਰੋਪਦੀ ਦਾ ਚੀਰ ਹਰਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਵਾਲ ਇਹ ਵੀ ਮੁੱਢ ਕਿੰਨੇ ਬੱਧਾ? ਮੁੱਢ ਵੀ ਤਾਂ ਦ੍ਰੋਪਦੀ ਨੇ ਬੱਧਾ ਨਾ। ਅੰਧੇ ਕਾ ਅੰਧਾ ਕਿੰਨੇ ਕਿਹਾ? ਉਹਦਾ ਦੇਵਰ ਸੀ, ਉਹਨੂੰ ਨਹੀਂ ਸੀ ਕਹਿਣਾ ਚਾਹੀਦਾ। ਅਗਰ ਇੱਕ ਭਰਜਾਈ ਆਪਣੇ ਦੇਵਰ ਨੂੰ ਇਹ ਕਹੇਗੀ ਵੀ ਤੇਰਾ ਪਿਓ ਵੀ ਅੰਨਾ ਤੇ ਤੂੰ ਵੀ ਅੰਨਾ, ਤੇ ਦੱਸੋ ਉਹਦੇ ਕੋਲੋਂ ਕੀ ਆਸ ਕੀਤੀ ਜਾ ਸਕਦੀ ਹੈ? ਕਿ ਉਹਦਾ ਰਿਜ਼ਲਟ ਇਹ ਨਹੀਂ ਨਿਕਲੇਗਾ ਜਿਹੜਾ ਨਿਕਲਿਆ ਮਹਾਭਾਰਤ ਵਿੱਚ। ਸਵਾਲ ਇਹ ਨਹੀਂ ਕਿ ਉਹ ਉਸ ਤੋਂ ਬਾਅਦ ਕਿੱਥੇ ਤੱਕ ਚਲਾ ਗਿਆ। ਇਹ ਜਿਹੜੀ ਲਮੋ ਨੇ ਖਤਾ ਕੀ, ਸਦੀਆਂ ਨੇ ਸਜ਼ਾ ਪਾਈ। ਇਹਨਾਂ ਦੋ ਬੁੱਲਾਂ ਦੇ ਬੋਲਾਂ ਦੀ ਗਲਤੀ ਜਿਹੜੀ ਹੈ, ਇਹ ਕਈ ਵਾਰੀ ਸਦੀਆਂ ਤੱਕ ਲੈ ਜਾਂਦੀ ਹੈ ਬੰਦੇ ਨੂੰ। ਹੁਣ ਇਹ ਜਿਹੜਾ ਸੰਗਰ ਸੀ, ਇਹ ਬੜਾ ਸ਼ਰਮਸਾਰ ਹੋਇਆ। ਇੱਥੋਂ ਤੱਕ ਆਪ ਜੀ ਨੇ ਕਥਾ ਸੁਣੀ ਹੈ। ਅਗਲੀ ਕਥਾ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਸੰਗਰ ਸ੍ਰੋਣ ਸੁਣੇ ਸੁਭ ਬੈਣ, ਭਈ ਮਨ ਚੈਨ ਸੋ ਮਿਹਰ ਸਿਧਾਇਓ। ਇਹ ਜਿਹੜਾ ਸੰਗਰ ਜੋਗੀ ਸੀ, ਸ਼ਰਮਸਾਰ ਹੋਇਆ, ਠੰਡਾ ਠਾਰ ਹੋਇਆ। ਉਹ ਜਿਹੜੀ ਸਾਰੀ ਉਹਦੀ ਆਕੜ ਸੀ, ਜਿਹੜਾ ਉਹਦਾ ਮਾਣ ਸੀ, ਹੰਕਾਰ ਸੀ, ਉਹ ਟੁੱਟ ਗਿਆ। ਹੁਣ ਉਹ ਵਾਪਸ ਚਲਾ ਗਿਆ। ਸੰਗਰ ਸਰੋਣ ਸੁਣੇ ਸ਼ੁਭ ਬੈਣ, ਭਈ ਮਨ ਚੈਨ ਸੁਮੀਰ ਸੁਧਾਇਓ। ਚਲਾ ਗਿਆ ਵਾਪਸ। ਗੁਰੂ ਗੋਰਖ ਨੇ ਘੱਲਿਆ ਸੀ,
ਮੁੜ ਵਾਪਸ ਸਮੇਰ ਪਰਬਤ ਤੇ ਗੁਰੂ ਗੋਰਖ ਦੇ ਪਾਸ ਜਾਂਦਾ ਹੈ। ਹਾਂਜੀ। ਆਇਓ ਸੰਭਾਲ ਕਾ ਸਿੱਧ ਤਬੈ ਗੁਰ ਕਹਿ ਟਿਗ ਬੈਠ ਕੇ ਵਾਕ ਅਲਾਇਓ। ਇਹਦੇ ਜਾਣ ਤੋਂ ਬਾਅਦ ਦੂਸਰਾ ਜੋਗੀ ਆ ਗਿਆ। ਇਹ ਭੰਗਰ, ਸੰਗਰ, ਇਹ ਜੋਗੀਆਂ ਦੇ ਨਾਮ ਨੇ। ਸੰਭਾਲਕਾ ਇਹ ਵੀ ਜੋਗੀ ਦਾ ਨਾਮ ਹੈ। ਹੁਣ ਅਗਲਾ ਜੋਗੀ ਆਇਆ, ਸੰਭਾਲਕਾ ਸਿੱਧ ਤਬੇ ਗੁਰ ਕੇ ਟਿਗ ਬੈਠ ਕੇ ਵਾਕ ਅਲਾਇਓ। ਅਗਲਾ ਜੋਗੀ ਆਇਆ, ਗੁਰੂ ਜੀ ਦੇ ਕੋਲ ਬਹਿ ਗਿਆ। ਗੁਰੂ ਜੀ ਦੇ ਕੋਲ ਬੈਠ ਕੇ ਉਸਨੇ ਇਸ ਤਰ੍ਹਾਂ ਬੋਲਣਾ ਕੀਤਾ। ਹਾਂਜੀ। ਕਿਉਂ ਵਿਵਹਾਰ ਤਜਿਓ ਜਗ ਕੋ ਤੁਮ ਕੈਸੇ ਉਦਾਸੀ ਬਿਖੈ ਮਨ ਲਾਇਓ। ਇਹ ਪੁੱਛਦਾ ਹੈ ਕਿ ਹੇ ਨਾਨਕ, क्यों व्यवहार तज्यो जग को तुम कैसे उदासी बिखे मन लायो। कहन लगा नानक तपा जी, तुसी संसारियां वाला विहार क्यों छड्डिया, अपना घर परिवार क्यों छड्डिया, तुहानू की लोड़ पै गई कि तुसी अपना घर छड्ड के, कारोबार छड्ड के, काम धंधा छड्ड के उदासी बन गए, उदासियां वाले कपड़े पा लै ते उदासियां वाली रीत चला के ते धरती दा, सृष्टि दा तुसी भरमण करन वास्ते तुर पे, तुहानू की लोड़ पैगी। संभाल के जोगी ने आके पूछा भी नानक जी तुसी क्यों कीता है। हाँ जी। होत न पूरन काज कबै बिन जोग करे जो चाहो उर पायो। होत न पूरन काज कबै, तुहानू पता है घर परिवार छड्डण नाल कोई गल नहीं बनदी, व्यर्थ है। घर परिवार छड्डना एक गल है, जोगी बनना दूजी गल है। जे तुसी जोगी नहीं बनोगे, जे तुसी गुरु गोरख नू गुरु धारण नहीं करोगे, जे तुसी मुंडन नहीं कराओगे, जे तुसी विभूति नहीं मलोगे, जे तुसी अपने हाथ विच खप्पर लैके दर दर ते जाके अलख नहीं जगाओगे, तो तुसी परमात्मा नाल मिल ही नहीं सकते। तुसी रिधियां सिद्धियां करामातां दे अधिकारी बन ही नहीं सकते। वो पुछदा है कि होत न पूरन काज कबै बिन जोग करे चहो उर पायो। पर जे तुसी जोगी बन जाओ, जे तुसी जोग मत कमाना शुरू कर दिओ, तो फिर की है, फिर तो तुसी जो मंगोगे तुहानू मिल जाएगा। जोगियां कोल इन्नियां करामातां सन, वो बैठे बैठे लुक जांदे सी। जे जांदे सी ते हवा दी रफ्तार, हवा दे वेग एक थां तो दूजी थां ते पहुंच जांदे सी। उन्हां नूं किसी गड्डी दी लोड़ नहीं सी। उन्हां नूं इह सफ़र करन वास्ते किसी वहीकल दी, साधन दी, किसी आवाहन दी जरूरत नहीं सी। फिर जो चाहुंदे सी बना लैंदे सी, जो चाहुंदे सी मंगवा लैंदे सी। ये संभालका जोगी कहन लगा नानक तपा जी, की तुहानू पता है कि जोग मत तो बगैर कुछ भी हासिल नहीं किया जा सकता। पर जे जोगी बन जाओगे तो जोग करे जो चाहो उर पायो। फिर जो चाहोगे तुहाडी मन की मर्जी भी पूरी हो जाएगी। हाँ जी। सुन बोले पंकज बदन जह अलंब है जोग। अगों गुरु नानक साहब कहन लगे नहीं संभालका, मैं जोगी नहीं हाँ, मैं किसी जोगी मत नूं धारण नहीं करना। पर मैं तेनू एक गल दस दियां, इस जोग मत का आधार की है।
ਹੁਣ ਆਪਾਂ ਕਹਿ ਦਈਏ ਵੀ ਗੁਰੂ ਗੋਰਖ ਹੈ, ਤੇ ਪੁੱਛੋ ਵੀ ਗੋਰਖ ਨੂੰ ਪੈਦਾ ਕਿਹਨੇ ਕੀਤਾ? ਗੱਲ ਤੇ ਸਿਰਫ ਇਹ ਨਹੀਂ ਹੈ ਨਾ ਕਿ ਅਗਰ ਸਾਨੂੰ ਮੂਲ ਸਮਝ ਆ ਜਾਏ ਕਿ ਇਸ ਤਾਕਤ ਦਾ, ਇਸ ਸ਼ਕਤੀ ਦਾ ਮੁੱਢ ਕੀ ਹੈ, ਮੂਲ ਕੀ ਹੈ, ਇਹਦਾ ਸਰੋਤ ਕੀ ਹੈ, ਇਹ ਪੈਦਾ ਕਿੱਥੋਂ ਹੋਈ ਹੈ, ਇਹਦਾ ਜਨਮ ਕਿੱਥੋਂ ਹੋਇਆ? ਸਤਿਗੁਰੂ ਕਹਿਣ ਲੱਗੇ ਜਿਹੜਾ ਜੋਗ ਮਤ ਹੈ, ਸੁਣ ਬੋਲੇ ਪੰਕਜ ਬਦਨ ਜਿਹੇ ਅਲੰਬ ਹੈ ਜੋਗ। ਸਤਿਗੁਰੂ ਕਹਿਣ ਲੱਗੇ ਤੈਨੂੰ ਪਤਾ ਹੈ ਜੋਗ ਦਾ ਆਧਾਰ ਕੀ ਹੈ? ਜੋਗ ਦਾ ਆਧਾਰ ਹੈ ਸ਼ਿਵ ਜੀ। ਸਾਰੇ ਜੋਗੀ ਸ਼ਿਵ ਜੀ ਨੂੰ ਮੰਨਦੇ ਨੇ। ਹੁਣ ਸ਼ਿਵ ਜੀ ਦਾ ਆਧਾਰ ਕੀ ਹੈ? ਇਹ ਜਿਹੜੇ ਬ੍ਰਹਮਾ ਵਿਸ਼ਨ ਮਹੇਸ਼ ਹੋਏ ਨੇ, ਇਹਨਾਂ ਨੂੰ ਜਨਮ ਦੇਣ ਵਾਲਾ ਕੌਣ ਹੈ? ਇਹਨਾਂ ਨੂੰ ਜਨਮ ਦੇਣ ਵਾਲਾ ਪ੍ਰਮਾਤਮਾ ਹੈ। ਫਿਰ ਇਹਨਾਂ ਦਾ ਮੁੱਢ ਕੌਣ ਹੋਇਆ? ਇਹਨਾਂ ਦਾ ਮੂਲ ਕੀ ਹੈ? ਸਤਿਗੁਰੂ ਕਹਿਣ ਲੱਗੇ ਜਿਹੜਾ ਇਹਨਾਂ ਸਾਰਿਆਂ ਦਾ ਮੂਲ ਹੈ। ਹਾਂਜੀ, ਸੋਨੀ ਕੀ ਬਿਦ ਸੋ ਗਹਿਓ ਕਬਹਿ ਨ ਕਰਹੁ ਬਿਯੋਗ। ਸਤਿਗੁਰੂ ਕਹਿਣ ਲੱਗੇ ਮੈਂ ਪਰਮਾਤਮਾ ਦਾ ਪੱਲਾ ਪਕੜਿਆ, ਪਰਮਾਤਮਾ ਦਾ ਲੜ ਪਕੜਿਆ, ਔਰ ਮੈਂ ਕਦੇ ਵਿਯੋਗ ਵਿਛੋੜਾ ਉਸ ਪਰਮਾਤਮਾ ਨਾਲ ਨਹੀਂ ਕਰਦਾ। ਜਦੋਂ ਅਸੀਂ ਕੁਝ ਸ਼ਬਦ ਐਸੇ ਸੁਣਦੇ ਹਾਂ ਨਾ ਕਿ ਇੱਕ ਭਗਤ ਜਿਹੜਾ ਹੈ, ਇੱਕ ਸੇਵਕ ਸਿੱਖ ਜਿਹੜਾ ਹੈ, ਉਹ ਕਹਿੰਦਾ ਕਿ ਮੇਰੀ ਪਰਮਾਤਮਾ ਨਾਲੋਂ ਨਹੀਂ ਟੁੱਟਣੀ ਚਾਹੀਦੀ, ਦੁਨੀਆ ਨਾਲ ਟੁੱਟ ਜਾਏ ਤੇ ਕੋਈ ਗੱਲ ਨਹੀਂ। ਇੱਕ ਸ਼ਬਦ ਅਮੂਮਨ ਸਾਧੂ ਲੋਕ ਪੜ੍ਹਦੇ ਨੇ ਕਿ ਭਾਈ ਭਗਤੇ ਨੂੰ ਛੱਡ ਕੇ ਜਗਤੇ ਦੇ ਮਗਰ ਨਹੀਂ ਜਾਣਾ, ਪਰਮਾਤਮਾ ਨੂੰ ਛੱਡ ਕੇ ਸੰਸਾਰ ਦਾ ਪੱਲਾ ਨਹੀਂ ਫੜਨਾ। ਸਤਿਗੁਰੂ ਕਹਿੰਦੇ ਕਦੇ ਵਿਯੋਗ ਹੋਇਆ ਹੀ ਨਹੀਂ, ਸਾਨੂੰ ਜੋਗੀ ਬਣਨ ਦੀ ਕੀ ਲੋੜ ਹੈ। ਹਾਂਜੀ, ਜਗ ਬਿਵਹਾਰ ਉਦਾਸ ਪਏ ਸਦਾ ਨਾਮ ਲਿਵ ਏਕ। ਜਗਤ ਦੇ ਵਿਵਹਾਰ ਦੇ ਵਿੱਚ ਅਸੀਂ ਉਦਾਸੀ ਹਾਂ, ਸਾਨੂੰ ਕੋਈ ਮੋਹ ਮਮਤਾ ਨਹੀਂ, ਕੋਈ ਪਕੜ ਨਹੀਂ ਹੈ, ਇਹਦੀ ਸਾਨੂੰ ਕੋਈ ਲੇਸ, ਇਹਦੇ ਪ੍ਰਤੀ ਸਾਨੂੰ ਕੋਈ ਰਾਗ ਦਵੈਸ਼, ਸਤਿਗੁਰੂ ਕਹਿੰਦੇ ਕੁਝ ਵੀ ਨਹੀਂ। ਸਦਾ ਨਾਮ ਲਿਵ ਏਕ, ਤੇ ਸਾਡੀ ਜਿਹੜੀ ਲਿਵ ਹੈ ਉਹ ਪਰਮਾਤਮਾ ਦੇ ਇੱਕ ਨਾਮ ਦੇ ਨਾਲ ਜੁੜੀ ਹੋਈ ਹੈ। ਅਸੀਂ ਆਪਣੀ ਸੁਰਤੀ ਨੂੰ, ਆਪਣੀ ਲਿਵ ਨੂੰ, ਆਪਣੇ ਧਿਆਨ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਿਆ ਹੋਇਆ ਹੈ। ਹਾਂਜੀ, ਸਰਬ ਕਾਜ ਪੂਰਨ ਕਰਤ ਜਿਸ ਤੇ ਹੋਤ ਬਿਵੇਕ। ਕੀ ਸੰਭਾਲਕਾ ਤੈਨੂੰ ਪਤਾ ਹੈ ਸਾਰੇ ਦੁਨੀਆ ਦੇ ਕਾਰਜ ਕੌਣ ਕਰਦਾ ਹੈ? ਪਰਮਾਤਮਾ। ਵਿਵੇਕ ਗਿਆਨ ਕਿੱਥੋਂ ਪੈਦਾ ਹੁੰਦਾ ਹੈ? ਪਰਮਾਤਮਾ ਤੋਂ। ਫਿਰ ਪਰਮਾਤਮਾ ਦਾ ਲੜ ਤੇ ਅਸੀਂ ਪਕੜਿਆ ਹੋਇਆ ਭਾਈ। ਵੇਖੋ ਸ਼ਬਦ ਅਸੀਂ ਵੀ ਪੜ੍ਹਦੇ ਹਾਂ ਕਿ ਤੈਂਡੇ ਸਿਮਰਨ ਹਬ ਕਿਛ ਲੱਦਮ। ਪਰਮਾਤਮਾ ਦੀ ਭਗਤੀ ਤੋਂ ਸਭ ਕੁਝ ਮਿਲਦਾ ਹੈ, ਪਰ ਫਿਰ ਅਸੀਂ ਗਲਤੀ ਕਰ ਜਾਂਦੇ ਹਾਂ। ਪੜ੍ਹਦੇ ਗੁਰਬਾਣੀ ਇਹੋ ਹੀ ਆ ਕਿ ਜੇ ਭਾਈ ਤੁਸੀਂ ਰੱਬ ਦੀ ਬੰਦਗੀ ਕਰੋਗੇ ਤਾਂ ਸਭ ਕੁਝ ਮਿਲੇਗਾ, ਪਰ ਜਦੋਂ ਗੁਰਦੁਆਰੇ ਤੋਂ ਬਾਹਰ ਨਿਕਲਦੇ ਆ, ਫਿਰ ਕਿਸੇ ਕਬਰ ਦੇ ਮੱਥਾ ਟੇਕਦੇ ਆ, ਫਿਰ ਕਿਸੇ ਮੜੀ ਮਸਾਣੀ ਨੂੰ ਮੱਥਾ ਟੇਕਦੇ ਆ, ਫਿਰ ਕਿਸੇ ਦੇਹਧਾਰੀ ਗੁਰੂ ਨੂੰ ਮੱਥਾ ਟੇਕਦੇ ਆ, ਫਿਰ ਕਿਸੇ ਦੇ ਅੱਗੇ ਹੱਥ ਵਿਖਾਉਂਦੇ ਆ, ਫਿਰ ਉਹਨਾਂ ਦੇ ਕੋਲੋਂ ਅਸੀਂ ਧਾਗੇ ਤਵੀਤ ਮੰਗਦੇ ਆ। ਇਹਦਾ ਅਰਥ ਕੀ ਹੈ? ਇਹਦਾ ਅਰਥ ਸਾਡਾ ਆਪਣਾ ਹੀ ਡਬਲ ਸਟੈਂਡਰਡ ਹੈ। ਕਦੇ ਕੁਝ ਹੋਰ ਕਰਦੇ ਆ, ਕਦੇ ਕੁਝ ਹੋਰ ਕਰਦੇ ਆ। ਜੇ ਆਪਾਂ ਗੁਰਦੁਆਰੇ ਆਈਏ, ਜੇ ਆਪਾਂ ਗੁਰਬਾਣੀ ਨੂੰ ਮੰਨੀਏ, ਤਾਂ ਗੁਰਬਾਣੀ ਸਾਨੂੰ ਬਾਰ-ਬਾਰ ਕਹਿੰਦੀ ਹੈ ਵੀ ਤੈਨੂੰ ਤਾਂ ਕਿਤੇ ਜਾਣ ਦੀ ਲੋੜ ਹੀ ਨਹੀਂ ਭਾਈ। ਤੈਨੂੰ ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਦਾ ਧਿਆਨ ਧਰਨ ਦੀ ਲੋੜ ਨਹੀਂ, ਕਿਸੇ ਦੇ ਅੱਗੇ ਹੱਥ ਜੋੜਨ ਦੀ ਲੋੜ ਨਹੀਂ, ਕਿਸੇ ਦੇ ਕੋਲੋਂ ਮੰਗਣ ਦੀ ਲੋੜ ਨਹੀਂ, ਕਿਉਂਕਿ ਜਿਸ
ਵਾਹਿਗੁਰੂ ਦੀ ਤੈਨੂੰ ਗੱਲ ਦੱਸੀ ਜਾ ਰਹੀ ਹੈ, ਉਤੇ ਵਿਣ ਬੋਲਿਆ ਸਭ ਕੁਛ ਜਾਣਦਾ। ਤੂੰ ਨਾ ਵੀ ਬੋਲੇਗਾ ਤੇ ਤਾਂ ਵੀ ਉਸ ਨੂੰ ਪਤਾ ਹੈ ਤੂੰ ਕੀ ਚਾਹੁੰਦਾ ਹੈ। ਦੇਖੋ ਤੁਹਾਡਾ ਬੱਚਾ ਕਦੋਂ ਬੋਲਣ ਲੱਗਦਾ ਹੈ? ਤਕਰੀਬਨ 1 ਸਾਲ ਤੋਂ ਬਾਅਦ ਸਿਰਫ ਬੋਲਦਾ ਹੀ ਹੈ, ਪਰ ਉਹਨੂੰ ਮੰਗਣਾ ਕਰਕੇ ਕਦੋਂ ਆਉਂਦਾ ਹੈ? ਕਈ ਸਾਲਾਂ ਤੋਂ ਬਾਅਦ। ਪਰ ਜਦੋਂ ਉਸ ਨੂੰ ਬਿਲਕੁਲ ਵੀ ਬੋਲਣਾ ਨਹੀਂ ਸੀ ਆਉਂਦਾ, ਕਿ ਉਦੋਂ ਉਹਦੀ ਕੋਈ ਲੋੜ ਘਟੀ, ਕੋਈ ਕਿ ਉਹਦੀ ਸੰਭਾਲ ਵਿੱਚ ਘਰ ਵਿੱਚ ਕੋਈ ਫਰਕ ਸੀ? ਨਹੀਂ। ਮਾਂ ਖੁਦ ਨਵਾਉਂਦੀ ਸੀ, ਪਰ ਜਦੋਂ ਥੋੜਾ ਜਿਹਾ ਆਪਣੇ ਆਪ ਜੋਗਾ ਹੋ ਗਿਆ ਤੇ ਮਾਂ ਨੇ ਆਵਾਜ਼ ਦਿੱਤੀ, ਪੁੱਤਰ ਕਸ਼ਹਿਰਾ ਚੁੱਕ, ਤੌਲੀਆ ਚੁੱਕ ਤੇ ਚੱਲ ਨਹਾ ਕੇ ਆ। ਕਿਉਂਕਿ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਮੈਨੂੰ ਸਭ ਕੁਝ ਆਉਂਦਾ ਹੈ, ਮੈਂ ਕਰ ਸਕਦਾ, ਤੇ ਮਾਂ ਕਹਿੰਦੀ ਕਰ ਲੈ, ਮੈਨੂੰ ਕੀ ਫਰਕ ਹੈ। ਪਰ ਜਦੋਂ ਉਹ ਨਾ ਬੋਲਦਾ ਸੀ, ਨਾ ਕੁਝ ਕਰ ਸਕਦਾ ਸੀ, ਤੇ ਮਾਂ ਹੀ ਨਵਾਉਂਦੀ ਸੀ, ਮਾਂ ਹੀ ਕੱਪੜੇ ਪਾਉਂਦੀ ਸੀ, ਮਾਂ ਹੀ ਉਸ ਨੂੰ ਖਾਣਾ ਖਵਾਉਂਦੀ ਸੀ। ਜੇ ਢਿੱਲਾ ਮੱਠਾ ਹੁੰਦਾ ਸੀ ਤੇ ਉਹ ਰੋਕ ਬੋਲ ਕੇ ਤੇ ਨਹੀਂ ਦੱਸਦਾ ਸੀ ਨਾ ਕਿ ਮੇਰੇ ਕਿੱਥੇ ਦਰਦ ਹੁੰਦੀ ਹੈ, ਮਾਂ ਬੁੱਝ ਲੈਂਦੀ ਸੀ। ਸੋ ਇਸ ਕਰਕੇ ਜਿਵੇਂ ਜਿਵੇਂ ਅਸੀਂ ਚਤੁਰਾਈ ਚਲਾਕੀ ਦਾ ਰਸਤਾ ਅਪਣਾਉਂਦੇ ਆ, ਉਵੇਂ ਉਵੇਂ ਅਸੀਂ ਪਰਮਾਤਮਾ ਤੋਂ ਦੂਰ ਚਲੇ ਜਾਂਦੇ ਆ। ਜਿਵੇਂ ਜਿਵੇਂ ਅਸੀਂ ਇਹਨੂੰ ਛੱਡ ਕੇ ਗੁਰੂ ਦੇ ਨੇੜੇ ਆਉਂਦੇ ਆ, ਤੇ ਗੁਰੂ ਸਾਨੂੰ ਆਪਣੀ ਗੋਦ ਵਿੱਚ ਬਿਠਾ ਲੈਂਦਾ ਭਾਈ, ਉਹ ਸਾਡੀ ਬਾਹ ਪਕੜ ਲੈਂਦਾ। ਗੁਰੂ ਨਾਨਕ ਦੇ ਪਿਤਾ ਮਹਾਰਾਜ ਕਹਿਣ ਲੱਗੇ, ਸਰਬ ਕਾਜ ਪੂਰਨ ਕਰਤ ਜਿਸ ਤੇ ਹੋਤ ਬਵੇਕ। ਸਾਡੇ ਕਾਰਜ ਵੀ ਸੰਭਾਲਕਾ ਉਹੀ ਪੂਰੇ ਕਰਦਾ ਹੈ, ਸਾਨੂੰ ਗਿਆਨ ਵੀ ਉਹਦੇ ਤੋਂ ਪ੍ਰਾਪਤ ਹੁੰਦਾ ਹੈ। ਹਾਂਜੀ। ਸੁਨ ਸੰਭਾਲ ਕਾ ਸਾਰ ਗਮਣੇ ਸਿਖਰ ਸਮੇਰ ਪੈ। ਇਉਂ ਸੰਭਾਲ ਕੇ ਨੇ ਥੋੜੇ ਸ਼ਬਦਾਂ ਵਿੱਚ ਬਹੁਤ ਸਾਰ ਸਮਝਿਆ, ਤਾਤਪਰਜ ਨੂੰ ਸਮਝਿਆ, ਗਿਆਨ ਨੂੰ ਸਮਝਿਆ। ਫਿਰ ਕੀ ਹੋਇਆ? ਉਹ ਗਮਨਿਓ ਸਿਖਰ ਸੁਮੇਰ ਪੈ, ਵਾਪਸ ਚਲਾ ਗਿਆ। ਇਹਨੇ ਆ ਕੇ ਬਹੁਤਾ ਬਹਿਸ ਮੁਬਾਸਾ ਨਹੀਂ ਕੀਤਾ, ਜਿੰਨਾ ਸੰਗਰ ਨੇ ਕੀਤਾ ਇਹਨੇ ਨਹੀਂ ਕੀਤਾ। ਇਹਨੇ ਸਿਰਫ ਕੁਝ ਗੱਲਾਂ ਪੁੱਛੀਆਂ, ਸਤਿਗੁਰੂ ਜੀ ਨੇ ਉਸ ਦਾ ਉੱਤਰ ਦੇ ਦਿੱਤਾ। ਹਾਂਜੀ। ਕੀਨ ਬਿਰਤੰਤ ਉਚਾਰ ਇਤਿਹਾਸ ਭਇਓ ਪੂਰਨ ਅਬੈ। ਇਸ ਤਰ੍ਹਾਂ ਇਹ ਜਿਹੜੇ ਜੋਗੀ ਆਏ ਸੀ 5-7, ਇਹਨਾਂ ਦਾ ਅਧਿਆਇ ਪੂਰਾ ਹੋ ਗਿਆ। ਕਥਾ ਅੱਗੇ ਚੱਲੇਗੀ, ਅੱਗੇ ਹੋਰ ਜੋਗੀ ਆਉਣਗੇ। ਪਰ ਜਦੋਂ ਤੁਸੀਂ ਕੋਈ ਕਵਿਤਾ ਲਿਖਦੇ ਹੋ, ਕੋਈ ਕਾਵਿ ਲਿਖਦੇ ਹੋ, ਉਹਦੀ ਇੱਕ ਆਪਣੀ ਨਿਯਮਾਵਲੀ ਹੈ ਕਿ ਕੁਝ ਲਿਖਣ ਤੋਂ ਬਾਅਦ ਉਸ ਅਧਿਆਇ ਨੂੰ ਪੂਰਾ ਕਰਨਾ ਪੈਂਦਾ ਹੈ। ਉਹਨੂੰ ਭਾਵੇਂ ਅਸੀਂ ਰੁੱਤ ਕਹਿ ਦਈਏ, ਅਧਿਆਇ ਕਹਿ ਦਈਏ। ਹਾਂਜੀ। ਬੰਦਤ ਗੋਬਿੰਦ ਸਿੰਘ ਪਦ ਅਰਬਿੰਦ ਦੁਖ ਦੁੰਦ ਕੋ ਨਿਕੰਦ ਗੁਰੂ ਮੇਰੋ ਈ ਮੁਕੰਦ ਹੈ। ਕਵੀ ਜੀ ਨੇ ਅਗਲੀ ਕਥਾ ਲਿਖਣ ਤੋਂ ਪਹਿਲਾਂ ਗੁਰੂ ਕਲਗੀਧਰ ਪਿਤਾ ਜੀ ਦਾ ਮੰਗਲ ਦਰਜ ਕੀਤਾ ਹੈ। ਕਹਿੰਦੇ ਭਾਈ ਮੇਰਾ ਗੁਰੂ ਕੌਣ ਹੈ? ਕਹਿੰਦੇ ਬੰਦਤ ਗੋਬਿੰਦ ਸਿੰਘ ਪਦ ਅਰਬਿੰਦ। ਮੈਂ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਕਮਲ ਰੂਪੀ ਚਰਨ ਨੇ, ਮੈਂ ਉਹਨਾਂ ਤੇ ਮੱਥਾ ਟੇਕਦਾ, ਮੈਂ ਉਹਨਾਂ ਚਰਨਾਂ ਤੇ ਨਮਸਕਾਰ ਕਰਦਾ। ਦੁੱਖ ਦੁੰਦ ਕੋ ਨਿਕੰਦ ਗੁਰੂ ਮੇਰੋ ਹੀ ਮੁਕੰਦ ਹੈ। ਇਹ ਮੇਰਾ ਗੁਰੂ ਜਿਹੜਾ ਮੁਕਤੀ ਦਾ ਦਾਤਾ ਹੈ, ਇਹੋ ਹੀ ਗੁਰੂ ਜਿਹੜਾ ਹੈ ਇਹ ਮੇਰੇ ਦੁੱਖਾਂ ਨੂੰ ਕੱਟਣ ਵਾਲਾ ਹੈ। ਹਾਂਜੀ। ਗੋਰਖ ਵਿਚਾਰ ਸਿਧ ਲੀਨੇ ਹੈ ਹਕਾਰ ਸਭ ਆਇਸ ਉਚਾਰ ਤਬ ਭੇਜਿਓ ਗੋਪੀ ਚੰਦ ਹੈ। ਹੁਣ ਗੁਰੂ ਗੋਰਖ ਨੇ ਹੋਰ ਜੋਗੀ ਬੁਲਾ ਲਏ। ਪਹਿਲਾਂ ਜਿਹੜੇ ਬੁਲਾਏ ਸੀ ਉਹ ਹੋ ਕੇ ਚਲੇ ਗਏ, ਹੁਣ ਹੋਰ ਬੁਲਾਏ ਤੇ ਉਹਨਾਂ ਦੇ ਵਿੱਚੋਂ ਇੱਕ ਜੋਗੀ ਜਿਹਦਾ ਨਾਂ ਗੋਪੀ ਚੰਦ ਹੈ, ਉਸ ਨੂੰ ਭੇਜਿਆ ਵੀ ਤੂੰ ਜਾ। ਵੀ ਜਿਹੜੇ ਤੇਰੇ ਤੋਂ ਪਹਿਲਾਂ ਗਏ ਤਾਂ ਫੇਲ ਹੋ ਗਏ, ਉਹ ਤੇ ਉਲਟੇ ਆ ਕੇ ਨਾਨਕ ਦੇ ਹੀ ਗੁਣ ਗਾਈ ਜਾਂਦੇ ਨੇ।
ਹੁਣ ਗੁਰੂ ਗੋਰਖ ਨੇ ਗੋਪੀ ਚੰਦ ਨਾਂ ਦੇ ਜੋਗੀ ਨੂੰ ਸਤਿਗੁਰਾਂ ਦੇ ਕੋਲ ਘੱਲਣਾ ਕੀਤਾ। ਹਾਂਜੀ, ਆਵਤ ਹੀ ਦੇਖ ਕਾਰ ਕਹੀ ਹੈ ਆਦੇਸ਼, ਏਕੰਕਾਰ ਕੋ ਆਦੇਸ਼ ਸੋਣ ਭਾਖੀ ਸੁਖ ਕੰਦ ਹੈ। ਇਸ ਗੋਪੀ ਚੰਦ ਨੇ ਆਉਂਦਿਆਂ ਹੀ ਵੇਖਿਆ ਤੇ ਕਹਿਣ ਲੱਗਾ ਜੀ ਨਮਸਕਾਰ। ਸਤਿਗੁਰੂ ਕਹਿਣ ਲੱਗੇ ਵੀ ਨਮਸਕਾਰ ਤੇ ਪ੍ਰਮਾਤਮਾ ਨੂੰ ਹੈ ਭਾਈ। ਇਹਦੇ ਸ਼ਬਦ ਨੇ ਕਿ ਆਵਤ ਹੀ ਦੇਖ ਕਰ ਕਹੀ ਹੈ ਆਦੇਸ਼, ਆਉਂਦੇ ਵੇਖਿਆ ਪਹਿਲਾਂ ਨਮਸਕਾਰ ਬੋਲੀ ਹੈ। ਸਤਿਗੁਰੂ ਜੀ ਵੀ ਬੋਲੇ ਨੇ ਏਕੰਕਾਰ ਕੋ ਆਦੇਸ਼ ਸੁਨ ਭਾਖੀ ਸੁਖ ਕੰਦ ਹੈ। ਸੁੱਖਾਂ ਦੇ ਮੂਲ ਨੇ, ਸੁੱਖਾਂ ਦੇ ਦਾਤੇ ਨੇ ਜਵਾਬ ਦਿੱਤਾ। ਆਖਿਆ ਗੋਪੀ ਚੰਦ ਨਮਸਕਾਰ ਤੇ ਭਾਈ ਪ੍ਰਮਾਤਮਾ ਨੂੰ ਹੈ, ਤੇਰੀ ਵੀ ਹੈ ਮੇਰੀ ਵੀ ਹੈ। ਹਾਂਜੀ, ਆਏ ਢਿਗ ਬੈਸ ਔਰ ਹਰਖ ਬਸ਼ੇਕ, ਜੈਸੇ ਮਾਰ ਤੰਡ ਦੇਖ ਬਿਗ ਸਾਤ ਅਰਬਿੰਦ ਹੈ। ਇਹ ਜਿਹੜਾ ਗੋਪੀ ਚੰਦ ਸੀ ਇਹ ਸੰਗਰ ਜੋਗੀ ਵਰਗਾ ਈਰਖਾਲੂ ਨਹੀਂ ਸੀ। ਇਹ ਆਇਆ ਸਤਿਗੁਰੂ ਜੀ ਦੇ ਕੋਲ ਆ ਕੇ ਬਹਿ ਗਿਆ, ਬੜਾ ਖੁਸ਼ ਹੋਇਆ। ਇਹਦੀ ਖੁਸ਼ੀ ਐਸੀ ਹੈ ਕਹਿੰਦੇ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਫੁੱਲ ਖਿੜਦਾ ਹੈ। ਇਹ ਪ੍ਰਸੰਨ ਹੋਇਆ। ਵੇਖੋ ਦੂਸਰੇ ਦੀ ਸੁੰਦਰਤਾ, ਦੂਸਰੇ ਦੀ ਸਿਆਣਪ ਜਾਂ ਦੂਸਰੇ ਦੀ ਸੁਖ ਸਮਰਿੱਧੀ ਵੇਖ ਕੇ ਸੜਨਾ ਨਹੀਂ ਚਾਹੀਦਾ। ਉਹਦਾ ਕੋਈ ਮੀਨਿੰਗ ਨਹੀਂ ਹੈ, ਅਰਥ ਨਹੀਂ ਹੈ। ਹੁਣ ਕੋਈ ਮਨੁੱਖ ਸੋਹਣਾ ਹੈ, ਮੈਂ ਸੜੀ ਜਾਵਾਂ ਵੀ ਇਹ ਸੋਹਣਾ ਕਿਉਂ ਹੈ ਤੇ ਇਹਦੇ ਨਾਲ ਮੈਂ ਤੇ ਸੋਹਣਾ ਬਣਾਂਗਾ ਨਹੀਂ। ਕੋਈ ਸਿਆਣਾ ਹੈ, ਮੈਂ ਕਹਾਂ ਜੀ ਇਹਨੂੰ ਇੰਨੀ ਅਕਲ ਕਿਉਂ ਹੈ, ਮੇਰੇ ਈਰਖਾ ਕਰਨ ਨਾਲ ਮੈਨੂੰ ਤਾਂ ਅਕਲ ਆਏਗੀ ਨਹੀਂ। ਕਿਸੇ ਕੋਲ ਸੁੱਖ ਸਮਰਿੱਧੀ ਹੈ, ਮੈਂ ਇਸ ਕਰਕੇ ਸੜੀ ਜਾਵਾਂ ਵੀ ਇਹਦੇ ਕੋਲ ਰੱਬ ਨੇ ਇੰਨੀਆਂ ਚੀਜ਼ਾਂ ਕਿਉਂ ਦਿੱਤੀਆਂ ਨੇ ਤੇ ਰੱਬ ਉਹਦੇ ਕੋਲੋਂ ਖੋ ਕੇ ਮੈਨੂੰ ਤਾਂ ਦੇਗਾ ਨਹੀਂ। ਹਾਂ, ਇੱਕ ਹੋ ਸਕਦਾ ਹੈ ਕਿ ਜੇ ਮੈਂ ਕਿਸੇ ਨੂੰ ਜਾ ਕੇ ਕਹਾਂ ਵੀ ਤੁਸੀਂ ਬੜੇ ਸੁੰਦਰ ਹੋ ਜੀ, ਤੁਸੀਂ ਬੜੇ ਸਿਆਣੇ ਹੋ ਜੀ, ਰੱਬ ਨੇ ਤੇ ਤੁਹਾਨੂੰ ਬਹੁਤ ਕੁਝ ਦਿੱਤਾ ਹੈ ਜੀ, ਹੋ ਸਕਦਾ ਅਗਲਾ ਕਵੇ ਵੀ ਭਰਾ ਜੀ ਇਹ ਸਾਰਾ ਦਿੱਤਾ ਰੱਬ ਦਾ ਹੀ ਹੈ, ਪਰ ਚਲੋ ਥੈਂਕ ਯੂ ਤੁਹਾਡਾ, ਤੁਸੀਂ ਖੁਸ਼ੀ ਮਹਿਸੂਸ ਕੀਤੀ ਹੈ, ਕਦੇ ਕੋਈ ਲੋੜ ਹੋਈ ਤੇ ਦੱਸਿਓ। ਹੋ ਸਕਦਾ ਚੀਜ਼ਾਂ ਤੁਹਾਡੇ ਕੰਮ ਆ ਜਾਣ ਜੇ ਤੁਸੀਂ ਪਿਆਰ ਕਰੋਗੇ ਤਾਂ, ਜੇ ਸਨੇਹ ਕਰੋਗੇ ਤਾਂ। ਤੇ ਜੇ ਈਰਖਾ ਕਰੋਗੇ ਤਾਂ ਕੀ ਹੋਏਗਾ, ਅਗਲਾ ਧੱਕੇ ਮਾਰ ਕੇ ਤੁਹਾਨੂੰ ਬਾਹਰ ਕੱਢ ਦੇਗਾ। ਇਸ ਗੋਪੀ ਚੰਦ ਨੇ ਆ ਕੇ ਖੁਸ਼ੀ ਪ੍ਰਗਟ ਕੀਤੀ ਹੈ। ਟਿਗ ਬੈਸ ਔਰ ਹਰਖ ਬਸ਼ੇਖ ਜੈਸੇ ਮਾਰ ਤੰਡ ਦੇਖ ਬਿਗਸਾਦ ਅਰਬਿੰਦ ਹੈ। ਅਰਬਿੰਦ ਕਹਿੰਦੇ ਨੇ ਕਮਲ ਫੁੱਲ। ਗੋਪੀ ਚੰਦ ਐਵੇਂ ਖੁਸ਼ ਹੋਇਆ ਗੁਰੂ ਨਾਨਕ ਸਾਹਿਬ ਨੂੰ ਮਿਲ ਕੇ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜਦਾ ਹੈ। ਹਾਂਜੀ, ਕੌਣ ਧਿਆਨੀ ਕੌਣ ਗਿਆਨੀ, ਕੌਣ ਇਸ਼ਨਾਨੀ, ਪੁਨ ਨਿਰਮਲ ਕੌਣ ਮੋਹਿ ਤਪਾ ਜੀ ਬਤਾਈਐ। ਕਹਿਣ ਲੱਗਾ ਜੀ ਮੈਨੂੰ ਇੱਕ ਦੱਸੋ ਵੀ ਧਿਆਨੀ ਕੌਣ ਹੈ, ਉਹ ਕੌਣ ਮਨੁੱਖ ਹੈ ਜਿਹਦਾ ਧਿਆਨ ਲੱਗਿਆ ਹੋਇਆ। ਗਿਆਨੀ ਕੌਣ ਹੈ, ਜਿਹਨੂੰ ਗਿਆਨ ਪ੍ਰਾਪਤ ਹੋਇਆ। ਫਿਰ ਕਹਿੰਦਾ ਜੀ ਇਸ਼ਨਾਨੀ ਕੌਣ ਹੈ, ਨਹਾਉਣਾ ਕਿਹਦਾ ਮੁਬਾਰਕ ਹੈ। ਦੇਖੋ ਇਹ ਗੁਰਬਾਣੀ ਦੀ ਪੰਕਤੀ ਹੈ ਕਿ ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੈ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਜੋਨੀ ਆਵੈ। ਜੇ ਆਪਾਂ ਕਹੀਏ ਵੀ ਨਹਾਉਣ ਨਾਲ ਮੁਕਤੀ ਮਿਲਦੀ ਹੈ ਤੇ ਸਾਈਂ ਬੁੱਲੇ ਸ਼ਾਹ ਕਹਿੰਦੇ ਨੇ ਵੀ ਜੇ ਰੱਬ ਮਿਲਦਾ ਨਹਾਤਿਆਂ ਧੋਤਿਆਂ ਤੇ ਮਿਲਦਾ ਡੱਡੂਆਂ ਮੱਛੀਆਂ। ਜੇ ਕੱਲਾ ਪਾਣੀ ਪਿੰਡੇ ਤੇ ਪਾਣੀ ਪਾਉਣ ਨਾਲ ਰੱਬ ਮਿਲਦਾ ਤੇ ਡੱਡੂਆਂ ਨੂੰ ਮਿਲਣਾ ਚਾਹੀਦਾ ਸੀ, ਮੱਛੀਆਂ ਨੂੰ ਮਿਲਣਾ ਚਾਹੀਦਾ ਸੀ। ਇਸ ਗੋਪੀ ਚੰਦ ਨੇ ਪੁੱਛਿਆ ਵੀ ਗਿਆਨੀ ਕੌਣ ਹੈ, ਧਿਆਨੀ ਕੌਣ ਹੈ, ਇਸ਼ਨਾਨੀ ਕੌਣ ਹੈ, ਪੁੰਨ ਨਿਰਮਲ ਕੌਣ ਮੋਹਿ ਤਪਾ ਜੀ ਬਤਾਈਏ। ਨਿਰਮਲ ਕੌਣ ਹੈ, ਪਵਿੱਤਰ ਕੌਣ ਹੈ। ਹੁਣ ਕਈ ਮੇਰੇ ਵਰਗੇ ਬੜੀ ਛੂਤ ਛਾਤ ਕਰਦੇ ਨੇ ਕਿ ਛੂਤ ਛਾਤ ਕਰਨ ਨਾਲ ਬੰਦਾ ਪਵਿੱਤਰ ਹੋ ਜਾਂਦਾ ਹੈ ਜਾਂ ਪਵਿੱਤਰ ਹੋ ਸਕਦਾ ਹੈ। ਨਹੀਂ ਭਾਈ,
ਦੋਵਾਂ ਅਵਸਥਾਵਾਂ ਵਿੱਚ ਨਹੀਂ ਹੋ ਸਕਦਾ। ਫਿਰ ਹੈ ਕੌਣ ਹੈ? ਇਹ ਚਾਰ ਸਵਾਲ ਆ ਕੇ ਗੋਪੀ ਚੰਦ ਨੇ ਕੀਤੇ ਨੇ। ਹਾਂਜੀ। ਕੌਣ ਸੋ ਜੁਗਤ ਜਾਂਤੇ ਦੀਪਕ ਦੀਪਤ ਹੋਤ, ਗੈਲ ਕੌਣ ਚਲਤ ਸੋ ਠਾਕ ਨਹੀਂ ਪਾਈਐ। ਕਹਿਣ ਲੱਗਾ ਜੀ ਕਿਹੜੀ ਜੁਗਤੀ ਹੈ ਜਿਹਦੇ ਨਾਲ ਅੰਦਰ ਦੀਵਾ ਜਗ ਸਕਦਾ ਹੈ, ਜੋਤ ਜਗ ਸਕਦੀ ਹੈ, ਅੰਦਰ ਗਿਆਨ ਰੋਸ਼ਨੀ ਪੈਦਾ ਹੋ ਸਕਦੀ ਹੈ? ਉਹ ਜੁਗਤੀ ਕਿਹੜੀ ਹੈ? ਜਿਵੇਂ ਬਿਜਲੀ ਦਾ ਸਵਿੱਚ ਬਾਲਣ ਦੀ ਇੱਕ ਜੁਗਤੀ ਹੈ। ਤੁਸੀਂ ਕਹੋਗੇ ਜੀ ਕਾਹਦੀ ਜੁਗਤੀ ਹੈ? ਉੱਥੇ ਬਟਨ ਲੱਗਾ ਹੋਏਗਾ, ਉਹਨੂੰ ਥੱਲੇ ਉੱਪਰ ਕਰੋ ਤੇ ਬਿਜਲੀ ਜਗ ਪੈਗੀ। ਨਹੀਂ ਭਾਈ, ਇਸ ਭੁਲੇਖੇ 'ਚ ਨਾ ਪੈਣਾ। ਹੁਣ ਕਈ ਜਗ੍ਹਾ ਸੈਂਸਰ ਲੱਗੇ ਹੁੰਦੇ ਨੇ, ਬਟਨ ਹੁੰਦਾ ਹੀ ਨਹੀਂ। ਤੁਸੀਂ ਅੰਦਰ ਜਾਓਗੇ ਬਿਜਲੀ ਜਗ ਪੈਗੀ, ਬਾਹਰ ਨਿਕਲੋਗੇ ਬਿਜਲੀ ਬੁੱਝ ਜਾਏਗੀ। ਬੜੇ ਲੋਕਾਂ ਨੇ ਆਪਣੇ ਗੇਟ ਤੇ ਇਦਾਂ ਦੇ ਸੈਂਸਰ ਲਾਏ ਹੋਏ ਨੇ, ਤੁਸੀਂ ਉਹਨਾਂ ਦੇ ਘਰ ਦੇ ਸਾਹਮਣੇ ਜਾਓਗੇ ਬਲਬ ਜਗੇਗਾ, ਤੁਸੀਂ ਪਰੇ ਹਟ ਜਾਓਗੇ ਬਲਬ ਬੁੱਝ ਜਾਏਗਾ। ਇਸ ਤੋਂ ਵੀ ਅੱਗੇ ਹੁਣ ਕਈਆਂ ਦੇ ਘਰਾਂ ਵਿੱਚ ਇਸ ਤਰ੍ਹਾਂ ਦੇ ਬਿਜਲੀ ਦੇ ਬੋਰਡ ਵੇਖੇ ਨੇ, ਉਹਦੇ ਤੇ ਬਟਨ ਹੀ ਕੋਈ ਨਹੀਂ ਹੈ। ਫਿਰ ਉਹਨੂੰ ਲਾਈਟ ਨੂੰ ਵਧਾਉਣ ਘਟਾਉਣ ਲਈ ਤੁਹਾਨੂੰ ਪੁਸ਼ ਕਰਨਾ ਪੈਂਦਾ ਹੈ। ਜਿਵੇਂ ਤੁਸੀਂ ਕਦੇ ਬਾਥਰੂਮ ਜਾਓ, ਮੇਰੇ ਖਿਆਲ 5-7 ਕਿਸਮ ਦੀਆਂ ਟੂਟੀਆਂ ਤੇ ਮੈਂ ਹੀ ਵੇਖ ਲਈਆਂ ਨੇ। ਆ ਦੂਜੀ ਕਿਸਮ ਦੀਆਂ ਤੁਸੀਂ ਗੁਰਦੁਆਰੇ 'ਚ ਵੇਖੀਆਂ ਨੇ। ਚੰਗੇ ਚੰਗੇ ਬੰਦੇ ਹੱਥ ਨੂੰ ਸਾਬਣ ਲਾ ਕੇ ਤੇ ਮੁੜ ਕੇ ਉਹ ਕਹਿਣਗੇ ਜੀ ਪਤਾ ਨਹੀਂ ਪਾਣੀ ਕਿੱਥੇ ਹੈ। ਹੁਣ ਪਾਣੀ ਕੀ ਹੈ? ਵੀ ਉਹ ਪਾਣੀ ਦਾ ਜੈਕ ਥੱਲੇ ਪੈਰ 'ਚ ਲੱਗਾ ਹੋਇਆ ਹੈ। ਤੁਸੀਂ ਪੈਰ ਨਾਲ ਉਹਨੂੰ ਜੈਕ ਨੂੰ ਦਬਾਓਗੇ, ਟੂਟੀ 'ਚੋਂ ਪਾਣੀ ਆ ਜਾਏਗਾ। ਇਸੇ ਤਰ੍ਹਾਂ ਜਿਵੇਂ ਲਾਈਟ ਨੂੰ ਜਗਾਉਣ ਦੇ ਅੱਜ ਬੜੇ ਸਾਰੇ ਤਰੀਕੇ ਨੇ। ਜਹਾਜ਼ ਵਿੱਚ ਬੈਠੋ ਲਾਈਟ ਹੋਰ ਤਰ੍ਹਾਂ ਜਗਦੀ ਹੈ, ਟ੍ਰੇਨ 'ਚ ਬੈਠੋ ਹੋਰ ਤਰ੍ਹਾਂ ਜਗਦੀ ਹੈ, ਕਦੇ ਸ਼ਤਾਬਦੀ 'ਚ ਬੈਠੋ ਤੁਹਾਡੇ ਇਕੱਲੇ ਦੇ ਸਿਰ ਤੇ ਬਲਬ ਲੱਗਾ ਹੋਇਆ, ਤੁਸੀਂ ਆਪਣੀ ਲਾਈਟ ਜਗਾ ਕੇ ਪੜ੍ਹ ਸਕਦੇ ਹੋ। ਪਰ ਉਹਦੀ ਇੱਕ ਜੁਗਤੀ ਹੈ, ਇੱਕ ਦੀਵਾ ਜਗਾਉਣ ਦੀ ਇੱਕ ਜੁਗਤੀ ਹੈ। ਗੋਪੀ ਚੰਦ ਕਹਿਣ ਲੱਗਾ ਜੀ ਮੈਨੂੰ ਇੱਕ ਦੱਸੋ, ਕੌਣ ਸੋ ਜੁਗਤ ਜਾਂ ਤੇ ਦੀਪਕ ਦੀਪਤ ਹੋਤ, ਅੰਦਰ ਦਾ ਦੀਵਾ ਕਿਵੇਂ ਜਗਦਾ ਹੈ? ਇਹ ਤਾਂ ਬਾਹਰ ਦੇ ਦੀਵੇ ਨੇ ਨਾ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈ ਹੈ, ਘਟ ਦੀਪਕ ਰਿਹਾ ਸਮਾਈ। ਇਹ ਕਿਵੇਂ ਹੋ ਸਕਦਾ ਹੈ ਕਿ ਅੰਦਰ ਦਾ ਜਿਹੜਾ ਦੀਵਾ ਹੈ ਉਹ ਜਗ ਪਵੇ? ਉਹ ਜੁਗਤੀ ਕਿਹੜੀ ਹੈ? ਫਿਰ ਗੈਲ ਕੌਣ ਚਲਤ ਸੋ ਠਾਕ ਨਹੀਂ ਪਾਈ ਹੈ। ਕਿਹੜੇ ਰਸਤੇ ਜਾਣਾ ਚਾਹੀਦਾ ਹੈ ਕਿ ਰਸਤੇ ਵਿੱਚ ਰੁਕਾਵਟ ਕੋਈ ਨਾ ਹੋਵੇ। ਜਿਹੜਾ ਅਸੀਂ ਸ਼ਬਦ ਪੜ੍ਹਦੇ ਆ ਨਾ ਕਿ ਜੇ ਤੁਸੀਂ ਪਰਮਾਤਮਾ ਦੀ ਬਾਣੀ ਨੂੰ ਮੰਨੋਗੇ ਤੇ ਤੁਹਾਨੂੰ ਰਸਤੇ ਵਿੱਚ ਰੁਕਾਵਟ ਨਹੀਂ ਆਏਗੀ। ਹਾਂਜੀ। ਕੌਣ ਘਰ ਐਸ ਸੁਖ ਪਾਏ ਜਹਾਂ ਬੈਸੇ ਨਿਤ, ਭਾਏ ਕੈਸ ਸਥਿਤ ਕੋ ਨਾ ਬਹੁਰ ਡੋਲਾਈਐ। ਕੋਈ ਐਸਾ ਘਰ ਹੈ ਜਿੱਥੇ ਸੁਖ ਹੋਣ, ਦੁੱਖ ਹੋਵੇ ਹੀ ਕੋਈ ਨਾ। ਹੁਣ ਜਿਨ੍ਹਾਂ ਘਰਾਂ ਵਿੱਚ ਆਪਾਂ ਜਾਂਦੇ ਆ ਉੱਥੇ ਦੁੱਖ ਵੀ ਨੇ ਤੇ ਸੁੱਖ ਵੀ ਨੇ ਭਾਈ। ਪਰ ਕੋਈ ਐਸਾ ਘਰ ਜਿੱਥੇ ਸੁੱਖ ਹੋਣ ਦੁੱਖ ਨਾ ਹੋਣ, ਕੀ ਹੋ ਸਕਦਾ ਹੈ? ਫਿਰ ਪੁੱਛਦਾ ਹੈ ਕਿ ਪਾਏ ਕੈ ਸਥਿਤ ਕੋ ਨਾ ਬਹੁਰ ਡੁਲਾਈ ਹੈ। ਕੋਈ ਐਸੀ ਸਮਾਧੀ ਕਿ ਜੇ ਤੁਸੀਂ ਉਹ ਸਮਾਧੀ ਵਿੱਚ ਬੈਠ ਜਾਓ ਤੇ ਫਿਰ ਡੋਲੋ ਨਹੀਂ। ਡੋਲਣ ਦਾ ਅਰਥ ਇਹ ਨਹੀਂ ਹੁੰਦਾ ਫਿਜ਼ੀਕਲੀ ਕੋਈ ਸਰੀਰ ਕਰਕੇ ਕੋਈ ਤੁਹਾਨੂੰ ਹਿਲਾ ਦੇਵੇ, ਨਹੀਂ। ਡੋਲਣ ਦਾ ਅਰਥ ਹੈ ਮੁੜ ਕੇ ਭਰਮਣਾ, ਫਿਰ ਭੁਲੇਖਿਆਂ ਵਿੱਚ ਪੈ ਜਾਣਾ, ਫਿਰ ਗੁਆਚ ਜਾਣਾ। ਕੀ ਕੋਈ ਐਸਾ ਤਰੀਕਾ ਹੈ, ਕੋਈ ਜੁਗਤੀ ਜਿਹਦੇ ਨਾਲ ਅੰਦਰ ਦਾ ਦੀਵਾ ਜਗਦਾ ਹੋਵੇ? ਕੋਈ ਐਸਾ ਘਰ ਜਿੱਥੇ ਸੁੱਖ ਹੋਣ ਦੁੱਖ ਹੋਵੇ ਹੀ ਕੋਈ ਨਾ? ਕੋਈ ਐਸੀ ਸਮਾਧੀ ਜਿਹਦੇ ਤੋਂ ਬਾਅਦ ਕਦੇ ਆਦਮੀ ਡੋਲੇ ਹੀ ਨਾ, ਕਿਸੇ ਭਰਮਣ ਵਹਿਮ ਦੇ ਵਿੱਚ ਆਵੇ ਹੀ ਨਾ? ਕੋਈ ਐਸੀ ਜੁਗਤੀ ਹੈ ਨਾਨਕ ਜੀ ਕਿ ਜਿਸ ਰਸਤੇ ਤੇ ਜਾਈਏ ਤੇ ਉਸ ਰਸਤੇ ਵਿੱਚ ਕੋਈ ਰੁਕਾਵਟ ਹੀ ਨਾ ਆਵੇ? ਹਾਂਜੀ।
ਦੰਭ ਕੋ ਨਿਕੰਦ ਗੁਰ ਕਿੰਕਰ ਮੁਕੰਦ ਸੁਣ ਬੋਲੇ ਗੋਪੀ ਚੰਦ ਸੋ ਆਨੰਦ ਕੰਦ ਦਾਈਐ। ਉਹ ਸਤਿਗੁਰੂ ਜਿਹੜੇ ਦੰਭ ਨੂੰ ਨਕੰਦਨ ਵਾਲੇ ਨੇ, ਪਖੰਡਾਂ ਨੂੰ ਮਕਾਉਣ ਵਾਲੇ ਨੇ। ਜਿਹੜਾ ਗੁਰੂ ਨਾਨਕ ਦਾ ਸਿੱਖ ਹੈ ਨਾ, ਦੇਖੋ ਦੋ ਤਿੰਨ ਗੱਲਾਂ ਤੇ ਪੱਲੇ ਬੰਨ ਲਓ। ਪਖੰਡੀ ਸਿੱਖ ਨਹੀਂ ਹੋ ਸਕਦਾ, ਜਿਵੇਂ ਸ਼ਰਾਬੀ ਸਿੱਖ ਨਹੀਂ ਹੋ ਸਕਦਾ, ਪਖੰਡੀ ਵੀ ਸਿੱਖ ਨਹੀਂ ਹੋ ਸਕਦਾ। ਜਿਹੜਾ ਕਰਮ ਕਾਂਡੀ ਹੈ ਉਹ ਹੋਰ ਜੋ ਕੁਝ ਮਰਜ਼ੀ ਹੋਵੇ, ਪਰ ਜੇ ਆਪਾਂ ਨੂੰ ਕਹੀਏ ਜੀ ਇਹ ਸਿੱਖ ਵੀ ਹੈ ਤੇ ਪਖੰਡ ਵੀ ਕਰਦਾ ਹੈ, ਨਹੀਂ। ਭੇਖ ਕਰਨ ਵਾਲਾ ਵੀ ਸਿੱਖ ਨਹੀਂ। ਅਗਰ ਤੁਸੀਂ ਕਿਸੇ ਨੂੰ ਕੁਝ ਹੋਰ ਬਣ ਕੇ ਵਿਖਾਉਂਦੇ ਹੋ, ਹੈਗੇ ਕੁਝ ਹੋਰ ਹੋ, ਤਾਂ ਠੀਕ ਹੈ, ਬਹੁਤ ਰੁਪਈਏ ਹੋ ਸਕਦੇ ਹੋ, ਤੁਸੀਂ ਸਿੱਖ ਨਹੀਂ ਹੋ ਸਕਦੇ। ਸਿੱਖ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਹੁੰਦਾ ਹੈ। ਜਿਹੜੇ ਦੰਭ ਨੂੰ ਨਕੰਦਨ ਵਾਲੇ ਨੇ, ਗੁਰ ਕਿੰਕਰ ਮੁਕੰਦ ਸੁਣ। ਕਿੰਕਰ ਕਹਿੰਦੇ ਨੇ ਸੇਵਕ, ਆਪਣੇ ਸੇਵਕਾਂ ਨੂੰ ਸੁਖ ਦੇਣ ਵਾਲੇ, ਆਪਣੇ ਸੇਵਕਾਂ ਦੀ ਮੁਕਤੀ ਕਰਨ ਵਾਲੇ। ਸੁਣ ਬੋਲੇ ਗੋਪੀ ਚੰਦ ਸੋ ਆਨੰਦ ਕੰਦ ਦਾਈਏ। ਜਿਹੜੇ ਆਨੰਦ ਦੇ ਮੂਲ ਨੇ, ਉਹ ਸਤਿਗੁਰੂ ਗੋਪੀ ਚੰਦ ਨੂੰ ਸੰਬੋਧਨ ਹੋ ਕੇ ਬੋਲੇ ਨੇ। ਹਾਂਜੀ। ਸੁਰਤ ਨਾ ਖੋਵੈ ਧਿਆਨੀ ਗੁਰਮੁਖ ਗਿਆਨੀ ਹੋਵੈ। ਸਤਿਗੁਰੂ ਕਹਿਣ ਲੱਗੇ ਧਿਆਨੀ ਕੌਣ ਹੈ? ਜਿਹਦੀ ਸੁਰਤ ਨਹੀਂ ਗਵਾਚਦੀ। ਆਪਾਂ ਕਹਿੰਦੇ ਨਾ ਵੀ ਮੈਂ ਧਿਆਨ ਲਾਉਣਾ ਜੀ, ਮੈਡੀਟੇਸ਼ਨ ਕਰਨੀ ਹੈ ਜੀ। ਸਤਿਗੁਰੂ ਕਹਿੰਦੇ ਜੇ ਤੁਹਾਡੀ ਸੁਰਤ ਗਵਾਚਦੀ ਹੈ ਤੇ ਕਾਹਦਾ ਧਿਆਨ ਹੈ? ਹੁਣ ਆਪਾਂ ਇੱਥੇ ਬੈਠੇ, ਹੁਣ ਜੇ ਸਾਡਾ ਧਿਆਨ ਇਹ ਹੈ ਕਿ ਬਾਹਰ ਕਿਤੇ ਜੋੜਾ ਘਰ ਬੰਦੀ ਨਾ ਹੋ ਜਾਏ ਮੇਰੇ ਨਿਕਲਦਿਆਂ ਨੂੰ, ਉਹ ਨਾ ਹੋਵੇ ਮੇਰੀ ਗੱਡੀ ਦੇ ਮਗਰ ਕੋਈ ਗੱਡੀ ਲਾ ਜੇ, ਉਹ ਨਾ ਹੋਵੇ ਜਦੋਂ ਮੈਂ ਇੱਥੋਂ ਨਿਕਲਾਂ ਤੇ ਰਾਹ 'ਚ ਟ੍ਰੈਫਿਕ ਲੱਗਾ ਹੋਵੇ, ਪਤਾ ਨਹੀਂ ਘਰ ਦੀ ਏਦਾਂ ਨਾ ਸੋਚੇ ਵੀ ਉਹਨੇ ਤੇ ਰੋਟੀ ਖਾ ਆਉਣੀ, ਉਹ ਪਕਾਵੇ ਹੀ ਨਾ ਮੇਰੇ ਲਈ। ਜੇ ਤੁਹਾਡੀ ਸੁਰਤੀ ਗਵਾਚ ਰਹੀ ਹੈ ਤੇ ਤੁਸੀਂ ਧਿਆਨੀ ਨਹੀਂ ਹੋ। ਠੀਕ ਹੈ, ਤੁਸੀਂ ਗੁਰਦੁਆਰੇ ਬੈਠੇ ਹੋ, ਪਰ ਤੁਸੀਂ ਕਹੋ ਜੀ ਅਸੀਂ ਗੁਰਦੁਆਰੇ ਵਿੱਚ ਬੈਠੇ ਸੀ ਮਹਾਰਾਜ ਨਾਲ ਧਿਆਨ ਲਾ ਕੇ, ਧਿਆਨ ਤੇ ਤੁਹਾਡਾ ਉਧਰ ਚਲਾ ਗਿਆ, ਜੋੜਿਆਂ 'ਚ ਚਲਾ ਗਿਆ, ਗੱਡੀ 'ਚ ਚਲਾ ਗਿਆ, ਟ੍ਰੈਫਿਕ 'ਚ ਚਲਾ ਗਿਆ, ਰੋਟੀ ਚਲਾ ਗਿਆ। ਧਿਆਨੀ ਉਹ ਜਿਹਦੀ ਸੁਰਤ ਨਹੀਂ ਗਵਾਚਦੀ। ਗਿਆਨੀ ਕੌਣ ਹੈ? ਜਿਹੜਾ ਗੁਰਮੁਖ ਹੈ, ਜਿਹੜਾ ਗੁਰੂ ਦੀ ਸ਼ਰਨ ਵਿੱਚ ਹੈ, ਜਿਹਦਾ ਮੁੱਖ ਗੁਰੂ ਵੱਲ ਹੈ, ਉਹ ਗਿਆਨੀ ਹੈ। ਨਿਰਮਲ ਸੋਈ ਗੁਰਬਾਣੀ ਹੇਤ ਲਾਵਈ। ਨਿਰਮਲ ਕੌਣ ਹੈ? ਜਿਹਦਾ ਪਿਆਰ ਗੁਰਬਾਣੀ ਨਾਲ ਹੈ, ਕਿਉਂਕਿ ਗੁਰਬਾਣੀ ਆਪ ਪਵਿੱਤਰ ਹੈ, ਗੁਰਬਾਣੀ ਆਪ ਨਿਰਮਲ ਹੈ। ਗੁਰਬਾਣੀ ਨੂੰ ਪੜੋਗੇ ਤੁਹਾਡਾ ਤਨ ਤੇ ਮਨ ਹਰਿਆ ਹੋ ਜਾਏਗਾ, ਇਹ ਵੀ ਪਵਿੱਤਰ ਹੋ ਜਾਏਗਾ, ਨਿਰਮਲ ਹੋ ਜਾਏਗਾ। ਗੁਰਬਾਣੀ ਦੇ ਵਿੱਚ ਮੁਲੰਮਾ ਨਹੀਂ ਹੈ। ਤੁਸੀਂ ਸਾਰੀ ਗੁਰਬਾਣੀ ਪੜ੍ਹ ਲਓ, ਕਿਸੇ ਬੰਦੇ ਦੀ ਉਸਤਤ ਨਹੀਂ ਹੈ, ਕਿਸੇ ਬੰਦੇ ਦੀ ਵਡਿਆਈ ਨਹੀਂ ਹੈ, ਕਿਸੇ ਬੰਦੇ ਦੀ ਖੁਸ਼ਾਮਦ ਨਹੀਂ ਹੈ। ਬਾਣੀ ਜਿਹੜੀ ਹੈ ਇਹ ਜਦੋਂ ਵੀ ਆਉਂਦੀ ਸੀ, ਗੁਰੂ ਨਾਨਕ ਸਾਹਿਬ ਕੀ ਕਹਿੰਦੇ ਸੀ? ਮਰਦਾਨਿਆ ਰਬਾਬ ਛੇੜ, ਕਾਈ ਸਿਫਤ ਨਿਰੰਕਾਰ ਦੀ ਕਰੀਏ। ਬਾਣੀ ਸਾਨੂੰ ਰੱਬ ਨਾਲ ਜੋੜਦੀ ਹੈ, ਤੇ ਰੱਬ ਤੋਂ ਵੱਧ ਕੌਣ ਹੈ ਜਿਹੜਾ ਸਾਡਾ ਮਨ ਪਵਿੱਤਰ ਕਰ ਸਕਦਾ ਹੈ? ਇਹ ਸਵਾਲ ਸੀ ਜੋਗੀ ਦੇ। ਧਿਆਨੀ ਕੌਣ ਹੈ? ਗਿਆਨੀ ਕੌਣ ਹੈ? ਫਿਰ ਨਿਰਮਲ ਕੌਣ ਹੈ? ਸਤਿਗੁਰੂ ਕਹਿਣ ਲੱਗੇ ਧਿਆਨੀ ਜਿਹਦੀ ਸੁਰਤ ਨਹੀਂ ਗਵਾਚਦੀ। ਗਿਆਨੀ ਉਹ ਹੈ ਜਿਹੜਾ ਗੁਰਮੁਖ ਹੈ। ਤੇ ਨਿਰਮਲ ਕੌਣ ਹੈ? ਜਿਹੜਾ ਗੁਰਬਾਣੀ ਪੜ੍ਹਦਾ ਹੈ। ਦੁਨੀਆ ਦਾ ਜਿੰਨਾ ਸਾਹਿਤ ਹੈ, ਇੱਕ ਸਾਹਿਤ ਹੈ ਕਿ ਜੇ ਤੁਸੀਂ ਗੁਰਬਾਣੀ ਪੜ੍ਹੋ ਤੇ ਤੁਹਾਡਾ ਜੀਵਨ ਨਿਰਮਲ ਹੋ ਜਾਏਗਾ। ਤੁਹਾਨੂੰ ਪਤਾ ਹੈ ਕਿਤਾਬਾਂ ਮਨੁੱਖ ਦੀਆਂ ਸਭ ਤੋਂ ਵੱਡੀਆਂ ਦੋਸਤ ਨੇ, ਪਰ ਕਿਤਾਬਾਂ ਵੀ ਚੰਗੀਆਂ ਤੇ ਮਾੜੀਆਂ ਦੋ ਤਰ੍ਹਾਂ ਦੀਆਂ ਨੇ ਭਾਈ। ਚੰਗੀਆਂ ਵੀ ਨੇ, ਮਾੜੀਆਂ ਵੀ ਨੇ। ਪੜ੍ਹਾਈ ਚੰਗੀ ਵੀ ਹੈ, ਮਾੜੀ ਵੀ ਹੈ, ਪਰ ਗੁਰਬਾਣੀ ਵਿੱਚ ਇਹ ਦੋ ਚੀਜ਼ਾਂ ਦੀ ਲੋੜ ਨਹੀਂ, ਇੱਥੇ ਇੱਕੋ ਹੀ ਹੈ। ਇੱਥੇ ਤਾਂ ਗੁਰਬਾਣੀ ਜਿਹੜਾ ਪੜ੍ਹੇਗਾ
ਉਹਦਾ ਮਨ ਵੀ ਪਵਿੱਤਰ ਹੋਵੇਗਾ, ਉਹਦਾ ਤਨ ਵੀ ਪਵਿੱਤਰ ਹੋਵੇਗਾ। ਹਾਂਜੀ। 860 ਤੀਰਥ ਇਸ਼ਨਾਨੀ ਤੁਮ ਜਾਨੋ ਸੋ, ਸ਼ਰਧਾ ਸਮੇਤ ਗੁਰੂ ਦਰਸ਼ਨ ਪਾਵਈ। ਸਤਿਗੁਰੂ ਕਹਿਣ ਲੱਗੇ ਜਿਸ ਵਿਅਕਤੀ ਨੇ ਗੁਰੂ ਦੇ ਦਰਸ਼ਨ ਕਰ ਲਏ ਉਹ 68 ਤੀਰਥਾਂ ਦਾ ਇਸ਼ਨਾਨੀ ਹੈ। ਲੋੜ ਇਸ ਗੱਲ ਦੀ ਨਹੀਂ ਕਿ ਤੁਸੀਂ ਕਿੰਨੇ ਵਾਰੀ ਨਹਾਉਂਦੇ ਹੋ, ਕਿੱਥੇ ਕਿੱਥੇ ਨਹਾਉਂਦੇ ਹੋ ਜਾ ਕੇ, ਗੰਗਾ ਤੇ ਜਮਨਾ ਤੇ। ਹੁਣ ਜੇ ਆਪਾਂ ਕਹੀਏ ਜੀ ਜਮਨਾ ਦਾ ਪਾਣੀ ਪਵਿੱਤਰ ਹੈ, ਫਿਰ ਤਾਂ ਦਿੱਲੀ ਦੇ ਸਾਰੇ ਬੰਦੇ ਹੀ ਪਵਿੱਤਰ ਹੋ ਜਾਣੇ ਚਾਹੀਦੇ ਨੇ। ਜਿਹੜਾ ਸਾਡੇ ਘਰਾਂ 'ਚ ਪਾਣੀ ਆਉਂਦਾ ਹੈ ਇਹ ਆਉਂਦਾ ਹੀ ਜਮਨਾ ਦਾ ਹੈ। ਸਗੋਂ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਹੈ ਉਹ ਇਹਨੂੰ ਹੋਰ ਪਿਊਰੀਫਾਈ ਕਰਕੇ ਭੇਜਦੀ ਹੈ। ਹੁਣ ਇਸ ਪਾਣੀ ਦੇ ਨਾਲ ਅਗਰ ਪਵਿੱਤਰ ਹੋਇਆ ਜਾਵੇ ਤੇ ਫਿਰ ਤੇ ਦਿੱਲੀ ਦਾ ਹਰ ਬੰਦਾ ਜਮਨਾ ਦਾ ਪਾਣੀ ਪੀਂਦਾ ਹੈ, ਜਮਨਾ ਦੇ ਪਾਣੀ ਨਾਲ ਨਹਾਉਂਦਾ ਹੈ, ਫਿਰ ਤੇ ਹਰ ਬੰਦਾ ਹੀ ਪਵਿੱਤਰ ਹੋ ਜਾਣਾ ਚਾਹੀਦਾ ਹੈ। ਸਤਿਗੁਰੂ ਕਹਿਣ ਲੱਗੇ ਨਹੀਂ, ਇਸ਼ਨਾਨੀ ਉਹ ਹੈ ਜਿਹਨੂੰ ਗੁਰੂ ਦੇ ਦਰਸ਼ਨ ਹੋ ਜਾਣ। ਹਾਂਜੀ। ਸਿੱਧ ਜੋ ਕਮਲ ਹੋਤ ਜਾਗੇ ਤਬ ਦੀਪ ਜੋਤ, ਭਾਵੀ ਮਨ ਮਾਨੇ ਗੈਲ ਠਾਕ ਬਿਨ ਜਾਵਈ। ਸਿੱਧੋ ਜੋ ਕਮਲ ਹੋਤ ਜਾਗੋ ਤਬ ਦੀਪ ਜੋਤ। ਇਹ ਪਤਾ ਕਰੋ ਵੀ ਮਨ ਸਿੱਧਾ ਕਿਵੇਂ ਹੋਵੇਗਾ। ਇਹ ਜਿਹੜਾ ਹਿਰਦੇ ਰੂਪੀ ਕੌਲ ਪੁੱਠਾ ਹੋਇਆ ਹੈ, ਇਹ ਜਿੰਨਾ ਚਿਰ ਸਿੱਧਾ ਨਹੀਂ ਹੁੰਦਾ ਦੀਵਾ ਨਹੀਂ ਜਗੇਗਾ। ਤੁਸੀਂ ਕਦੇ ਵੇਖ ਲਿਓ ਆਦਮੀ ਹਮੇਸ਼ਾ ਪੁੱਠਾ ਸੋਚਦਾ ਹੈ। ਹੁਣ ਜਿਵੇਂ ਮੈਨੂੰ ਕਿਸੇ ਨੇ ਕਿਹਾ ਮੈਂ ਜਾਵਾਂ ਤੇ ਮੈਂ ਪਤਾ ਕੀ ਸੋਚਣਾ ਹੈ, ਇਹ ਕਿੱਥੇ ਚੱਲਿਆ ਹੈ, ਅੱਛਾ ਅੱਜ ਇਹਨੂੰ ਫਿਰ ਕਿਤੇ ਜ਼ਿਆਦਾ ਹੀ ਪੈਸੇ ਟੱਕਰਨਗੇ ਕਿਤੇ। ਮੈਂ ਆਪਣਾ ਹਿਰਦੇ ਦਾ ਜਿਹੜਾ ਕਮਲ ਫੁੱਲ ਹੈ ਉਹ ਬੁੱਧਾ ਮਾਰਿਆ ਹੋਇਆ ਹੈ। ਅਸੀਂ ਹਰ ਵਿਅਕਤੀ, ਕੋਈ ਵਿਅਕਤੀ ਆਇਆ ਇਹ ਪੈਸੇ ਮੰਗਣ ਆਇਆ ਹੋਏਗਾ, ਲੈ ਇਹਨੇ ਆਉਂਦੇ ਹੀ ਹੁਣ ਰੋਟੀ ਮੰਗ ਲੈਣੀ ਹੈ। ਹਾਲਾਂਕਿ ਜਦੋਂ ਮੈਂ ਉਹਨੂੰ ਪੁੱਛਣਾ ਵੀ ਰੋਟੀ ਖਾਓਗੇ, ਉਹ ਕਹੂਗਾ ਨਹੀਂ ਭਾਜੀ ਆ ਹੁਣੇ ਸੁਖਦੇਵ ਦੇ ਢਾਬੇ ਤੋਂ ਖਾਧੀ, ਘੰਟਾ ਨਹੀਂ ਹੋਇਆ। ਫਿਰ ਮੈਨੂੰ ਸ਼ਰਮਿੰਦਗੀ ਹੋਏਗੀ ਵੀ ਮੈਂ ਤੇ ਘਰ ਦਾ ਆਟਾ ਤੋਲਣ ਲੱਗ ਗਿਆ, ਤੌੜੀ ਦੀ ਦਾਲ ਵੇਖਣ ਲੱਗ ਗਿਆ। ਮੈਨੂੰ ਕੀ ਪਤਾ ਸੀ। ਫਿਰ ਮੈਨੂੰ ਇਹ ਵੀ ਹੈ ਵੀ ਇਹ ਤੇ ਹੁਣ ਮੰਜਾ ਬਿਸਤਰਾ ਮੰਗੇਗਾ। ਮੈਂ ਕਿਹਾ ਭਾਜੀ ਰਹਿਣ ਦਾ ਪ੍ਰਬੰਧ ਕਰੀਏ, ਕਹਿੰਦਾ ਨਹੀਂ ਭਾਜੀ ਸਾਡਾ ਤੇ ਹੋਟਲ ਬੁੱਕ ਹੈ। ਮੈਂ ਹੋਰ ਸ਼ਰਮਿੰਦਾ ਹੋ ਗਿਆ। ਚਾਹੀਦਾ ਸੀ ਉਹਦੀ ਆਏ ਦੀ ਮੈਂ ਖੁਸ਼ੀ ਕਰਦਾ, ਮੈਨੂੰ ਕੋਈ ਖੁਸ਼ੀ ਨਹੀਂ ਹੋਈ। ਉਹ ਜਾਣ ਲੱਗਿਆ, ਮੈਨੂੰ ਕੋਈ ਖੁਸ਼ੀ ਨਹੀਂ ਹੈ। ਸਤਿਗੁਰੂ ਕਹਿੰਦੇ ਭਾਈ ਅੰਦਰ ਦਾ ਦੀਵਾ ਉਦੋਂ ਜਗੇਗਾ ਜਦੋਂ ਆਪਣੇ ਹਿਰਦੇ ਦਾ ਕਮਲ ਸਿੱਧਾ ਕਰੋਗੇ ਤਾਂ। ਕਿਉਂਕਿ ਸਾਡਾ ਆਪਣਾ ਮਨ ਪੁੱਠਾ ਹੈ। ਅਸੀਂ ਕਿਸੇ ਵੀ ਵਿਅਕਤੀ ਦੇ ਪ੍ਰਤੀ ਸਿੱਧਾ ਨਹੀਂ ਸੋਚਦੇ, ਹਮੇਸ਼ਾ ਸਾਡੀ ਸੋਚ ਉਲਟੀ ਚੱਲਦੀ, ਨੈਗੇਟਿਵ ਸੋਚਦੇ ਅਸੀਂ। ਇਹ ਇਦਾਂ ਕਰ ਦੇਗਾ, ਇਹ ਉਦਾਂ ਕਰ ਦੇਗਾ, ਇਹਨੇ ਹੁਣ ਇੰਜ ਕਰ ਦੇਣਾ ਹੈ, ਇਹ ਹੁਣ ਇੰਜ ਹੋ ਜਾਏਗਾ। ਪਰ ਹੁੰਦਾ ਕੁਝ ਹੋਰ ਹੈ। ਮੈਂ ਕਈ ਵਾਰੀ ਬੇਨਤੀ ਕੀਤੀ ਹੈ, ਇਹ ਜਦੋਂ ਕੇਵਲ ਟੀਵੀ ਨਹੀਂ ਆਏ ਸੀ, ਜੇ ਉਹ ਕਹਿ ਲਈਏ ਵੀ ਜਦੋਂ ਆ ਚੈਨਲਾਂ ਦੀ ਭਰਮਾਰ ਨਹੀਂ ਸੀ ਹੁੰਦੀ ਤੇ ਇੱਕੋ ਹੀ ਸਰਕਾਰੀ ਚੈਨਲ ਹੁੰਦਾ ਸੀ, ਉਹਨੂੰ ਡੀਡੀ ਕਹਿ ਦਿਓ ਜਾਂ DD1 ਕਹਿ ਦਿਓ, ਤਾਂ ਇੱਕ ਕਬੂਤਰਾਂ ਵਾਲੀ ਛਤਰੀ ਜੀ ਲਾ ਕੇ ਆਪਾਂ ਵਹਿੰਦੇ ਹੁੰਦੇ ਸੀ। ਉਦੋਂ ਟੀਵੀ ਤੇ ਐਡ ਆਉਂਦੀ ਹੁੰਦੀ ਸੀ। ਉਹ ਐਡ ਕੀ ਹੈ ਕਿ ਡਬਲ ਟ੍ਰਿਪਲ ਸਟੋਰੀ ਕਲੋਨੀ ਹੈ, ਘਰ ਹੈ, ਤੇ ਜਿਹੜਾ ਗਰਾਊਂਡ ਫਲੋਰ ਤੇ ਆਦਮੀ ਉਹਨੇ ਸਕੂਟਰ ਲੈ ਲਿਆ, ਤੇ ਜਿਹੜੀ ਦੂਜੀ ਤੀਜੀ ਮੰਜ਼ਲ ਤੇ ਫੈਮਿਲੀ ਰਹਿੰਦੀ ਸੀ ਉਹ ਕਿਤੇ ਬਾਹਰ ਗੈਲਰੀ 'ਚ ਭੈਣ ਖਲੋਤੀ, ਉਹਨੇ ਵੇਖਿਆ ਵੀ ਥੱਲੇ ਵਾਲੇ ਤੇ ਸਕੂਟਰ ਲੈ ਆਏ ਨੇ। ਉਹਨੇ ਆਪਣੇ ਘਰ ਵਾਲੇ ਨੂੰ ਆਵਾਜ਼ ਮਾਰੀ, ਆ ਵੇਖੋ ਜੀ ਇਹਨਾਂ ਨੇ ਹੁਣ ਸਕੂਟਰ ਲੈ ਲਿਆ, ਇਹ ਰੋਡ ਸਟਾਰਟ ਕਰਕੇ ਤੇ ਪੀ ਕਰਿਆ ਕਰਨਗੇ। ਇਹ ਹੁਣ ਜਿਹੜੀ ਥੱਲੇ ਵਾਲੀ ਬਾਈ ਹੈ ਇਹ ਰੋਡ ਸਕੂਟਰ ਤੇ ਬਹਿ ਕੇ ਮਗਰ ਮੈਨੂੰ ਸਾੜਿਆ ਕਰੇਗੀ। ਹਾਲਾਂਕਿ ਲੈਣਾ ਦੇਣਾ ਕੁਝ ਨਹੀਂ ਉੱਪਰ ਵਾਲੇ ਦਾ ਥੱਲੇ ਵਾਲੇ ਦਾ। ਥੋੜੇ ਜਿਹੇ ਦਿਨ ਹੋਏ, ਉੱਪਰ ਵਾਲੀ ਮਾਈ ਨੂੰ ਕੁਝ ਹੋ ਗਿਆ। ਹੁਣ ਉੱਪਰ ਖਲੋਤਾ ਬੰਦਾ ਗੈਲਰੀ 'ਚ ਕਹਿੰਦਾ ਵੀ ਮੇਰੀ ਮਦਦ ਕਰੋ,
मेरी घरवाली ਨੂੰ तकलीफ है, तो ਜਿਹੜੇ ग्राउंड फ्लोर वाले ने हसबैंड वाइफ वो दौड़ के गए, उन्होंने उत्तों बीबी चुक के थले लाई, थले वाले वीर ने स्कूटर स्टार्ट किया, बीबी ਨੂੰ बिठाया, वो हॉस्पिटल लै गए, बीबी ठीक हो गई। हुण बीबी पता लोगों को की कहती है, बच्चे जीवन थले वाले वीर जी दे, जे वीर जी को स्कूटर ना होंदा मैं तो मर ही जाना सी। पर जिदन स्कूटर आया सी किन्ना कमल फुल मुद्दा सीगा, ये जी सानू साड़िया करनगे जी, ये जी स्कूटर स्टार्ट करके साडे कन्न खाया करनगे जी, इनू कहंदे ने कमल फुल नू मुद्दा मार लेना। मैं फिर बेनती करा, किसी का सुहापन, किसी की सियाणप, किसी की सुख समृद्धि वेख के सड़ो नहीं। अंदर का दीवा बुझ जाएगा, अंदर का दीवा उदों जगेगा जदों तुहानू किसी की खुशी विचों खुशी मिलेगी। सतगुरु गुरु नानक साहब कहन लगे, गोपी चंद सीधो जो कमल होत, जागे तब दीप जोत, भावी मन माने गैल ठाक बिन जावई। जे रब दे भाने विच जाओगे रस्ते च कोई रुकावट नहीं आएगी, क्योंकि अपने भाने जो चले भाई सो विछड़ चोटां खावे। अपनी मर्जी नाल तुरांगे ते विछड़ांगे, ठोकरां भी खावांगे। हाँ जी। त्रिटी को भेद सुख पावत अशेद नित, होई है स्थित नहीं बहुर डोलावई। ये जेड़ी तरकुटी है, ये जदों भेद नूं समझ लवोगे तो सतगुरु कहन लगे भाई सुख प्राप्त हो जाएगा। ये सुख छेदिया नहीं जाएगा, इस सुख नूं कोई दुख विच नहीं बदल सकता। इस करके स्थित नहीं बहुर डोलावई, इस आसन दे विच बैठोगे कदे डोलोगे नहीं, कदे तुहानू दोबारा भटकना नहीं पवेगा। कोई संसा तुहाडे जीवन विच, कोई वहम भरम तुहाडे जीवन विच मुड़ के नहीं आएगा। इस दे नाल ही समा समाप्त है। सतगुरु कृपा करन। अगली कथा आपां कल गुरु की गोद विच बैठ के सुनिए। भुल्लां बख्शो जी, फतेह बुलाओ। वाहिगुरु जी का खालसा, वाहिगुरु जी की फतेह।